Which people have you known who have reached that level? Name them any lavanga, but because you don't know them, Viji, but they were from family with son. Yeah, एक male te एक female Viji. Yeah, and okay and bande Viji awale milne life ਵਿੱਚ ਇਹ ਬੜੇ ਵਿਰਲੇ ਹੀ ਹਨ ਜਿਹੜੇ ਇਸ ਖੰਡ ਤੱਕ ਪਹੁੰਚੇ ਨੇ ਜਿਹੜੇ ਜਿਹੜਾ ਪਹਿਲਾ ਖੰਡ ਹੈ ਜਿਹੜਾ ਯਾ ਪਰ ਉਹਨਾਂ ਦੇ ਵਰਤਾਵ ਤੋਂ ਉਹਨਾਂ ਦੇ ਨਾਮ ਦੇ ਲਗਾਵ ਤੋਂ ਉਹਨਾਂ ਦੀ ਜੀਵਨ ਦੀ ਬਿਰਤੀਆਂ ਤੋਂ ਅੰਦਾਜ਼ਾ ਲੱਗ ਜਾਂਦਾ ਵੀਰ ਜੀ ਕਿ ਉਹ ਹੈਨ ਉੱਥੇ ਪਹੁੰਚੇ ਹੋਏ ਤੇ ਰਿਮੈਂਬਰ ਜਿਹੜੇ ਵੀਰ ਜੀ what is the name do we call the whole class? So can you name Dharamkhandi is somebody who has reached Dharamkhand or has entered Dharamkhand ਹਾਂਜੀ so remember ਇੱਕ ਖੰਡ ਵੀ ਜਿਹੜੇ ਹਨ ਜਿਹੜੇ ਕੋਈ ਇਹ ਕੋਈ ਪਾਰਟਿਕੂਲਰ ਕੋਈ ਦਿਸ ਨਾਟ ਕੋਈ ਫਾਈਨਾਈਟ ਕੋਈ ਜਗ੍ਹਾ ਨਹੀਂ ਹੈ ਜਿੱਥੇ ਸ਼ੁਰੂ ਹੁੰਦਾ ਤੇ ਖਤਮ ਹੁੰਦਾ ਜਿੱਥੇ ਹੈ ਨਾ ਜਿਸ ਤਰ੍ਹਾਂ ਸਿਮਿਲਰਲੀ ਕੋਈ ਹੁਣ ਕੋਈ 5th ਗ੍ਰੇਡ ਦਾ ਸਟੂਡੈਂਟ ਹੋਵੇ ਤੇ ਉਹ ਫਾਈਨਲ ਐਗਜ਼ਾਮ ਪਾਸ ਕਰ ਲਵੇ ਤੇ ਹਿਸ ਨੌਲੇਜ ਲੈਵਲ ਔਨ ਦ ਲਾਸਟ ਡੇ ਆਫ ਦ 5th ਗ੍ਰੇਡ ਵੀਰ ਜੀ ਐਂਡ ਦ ਫਰਸਟ ਗ੍ਰੇਡ ਆਫ ਦ 6th ਗ੍ਰੇਡ is not much difference the same here a gradual process ਹੈ ਸਾਰਾ you know so ਉਸੇ ਤਰ੍ਹਾਂ ਧਰਮਖੰਡ ਵਿੱਚ ਪ੍ਰਵੇਸ਼ ਕਰ ਜਾਣਾ ਤੇ ਧਰਮਖੰਡ ਨੂੰ ਛੋੜ ਕੇ ਅੱਗੇ ਚਲੇ ਜਾਣਾ ਉਹ ਅਲੱਗ ਗੱਲ ਹੈ ਤੇ ਜਿਹੜੇ ਧਰਮਖੰਡ ਚ ਪ੍ਰਵੇਸ਼ ਨਹੀਂ ਕੀਤਾ ਹਾਲੇ ਪਰ ਜਿਹੜੇ ਦਰ ਤੇ ਖੜੇ ਹੋਏ ਹਨ ਜਾਂ ਦਰ ਤੋਂ ਥੋੜੀ ਦੇਰ ਪਹਿਲੇ ਹਨ ਉਹਨਾਂ ਦਾ ਕੀ ਨਾਂ ਆਇਆ ਹੈ ਉਹਨਾਂ ਨੂੰ ਗੁਰਬਾਣੀ ਦੇ ਹਿਸਾਬ ਨਾਲ ਕੀ ਕਿਹਾ ਜਾਂਦਾ ਉਹਨਾਂ ਨੂੰ ਜਿਹੜੇ ਹਾਲੇ ਧਰਮਖੰਡੀ ਬਣੇ ਨਹੀਂ ਕਿਉਂਕਿ ਰਿਮੈਂਬਰ ਧਰਮਖੰਡ ਦੀ ਲਾਈਨ ਆਮ ਸੌਰੀ ਜਨ ਜਾਂ ਜਿਗਿਆਸੂ ਕਹਿ ਲੋ ਜਿਹੜੇ ਜਿਗਿਆਸੂ ਸੋ ਜਿਗਿਆਸੂ ਉਹ ਹੈ ਜਿਹੜਾ ਧਰਮਖੰਡ ਪਹੁੰਚਿਆ ਨਹੀਂ ਹੈ ਬਟ ਉਹਦਾ ਪਹੁੰਚਣ ਦਾ ਇਰਾਦਾ ਹੈ ਪਰ ਜਿਗਿਆਸੂਆਂ ਵਿੱਚੋਂ ਬੜੇ ਲੈਵਲਸ ਹਨ ਯੂ نو ਲੈਵਲ 10 ਦਾ ਜਿਗਿਆਸੂ ਨੇੜੇ ਹੈ ਧਰਮਖੰਡ ਦੇ ਜਿਗਿਆਸੂ 2 ਦਾ ਜਿਹੜਾ ਲੈਵਲ ਹੈ ਉਹ ਹਲੇ ਦੂਰ ਹੈ ਹਲੇ ਉਹਨੂੰ ਜ਼ਿਆਦਾ ਮਿਹਨਤ ਕਰਨੀ ਪਏਗੀ ਯੂ نو so remember we are not on podi number 1 of Japji or podi number 2 of Japji or podi number 3 of Japji we are on podi number 33 ਜਰਨੀ ਬੜੀ ਚੱਲ ਚੁੱਕੀ ਹੈ ਅੱਗੇ ਤੱਕ ਯੂ نو ਸੋ ਇਹ ਜਿਗਿਆਸੂ ਜਿਹੜਾ 33 ਵਾਲਾ ਜਿਹੜਾ ਜਿਗਿਆਸੂ ਹੈ ਇਹ ਕੋਈ ਆਮ ਜਿਗਿਆਸੂ ਨਹੀਂ ਹੈ ਇਹ ਜਿਗਿਆਸੂ ਥੋੜਾ ਪਹੁੰਚਿਆ ਹੋਇਆ ਜਿਗਿਆਸੂ ਹੈ ਕਿਉਂਕਿ ਰਿਮੈਂਬਰ ਜਿਹੜੇ ਜਿਗਿਆਸੂ ਇਸ ਦਰ ਤੇ ਆਏ ਨੇ ਜਿਹੜੇ ਜਿਗਿਆਸੂ ਇਸ ਦਰ ਤੇ ਆਏ ਨੇ ਜਿਹੜੇ ਉਹ ਜਿਗਿਆਸੂ ਪ੍ਰਵਾਨ ਹਨ ਪੰਜ ਵਿੱਚੋਂ ਉਹਨਾਂ ਸਟੇਜਸ ਵਿੱਚੋਂ ਨਿਕਲ ਚੁੱਕੀ ਹਨ ਯੂ نو ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰੂ ਏਕ ਧਿਆਨ ਉਹਨਾਂ ਸਟੇਜਸ ਵਿੱਚੋਂ ਜਿਗਿਆਸੂ ਨਿਕਲ ਚੁੱਕਿਆ ਉਹਨਾਂ ਚੋਂ ਇਸੀ ਵਾਸਤੇ ਦੇਖੋਗੇ ਧਰਮਖੰਡ ਦੀ ਲਾਈਨ ਵਿੱਚ ਪੰਚਾਂ ਦੀ ਡਿਸਕਸ਼ਨ ਦੁਬਾਰਾ ਆਏਗੀ ਤਿੱਥੇ ਸੋਹੇ ਪੰਚ ਪ੍ਰਵਾਨ ਆਏ ਹਨ ਵਰਡ ਧਰਮਖੰਡ ਦੀ ਡੈਫੀਨੇਸ਼ਨ ਵਿੱਚ ਉੱਥੇ ਪੰਚ ਉਹ ਪ੍ਰਵਾਨ ਪੰਚ ਜਿਹੜੇ ਪਹਿਲੇ ਡਿਸਕਸ ਕਰ ਆਏ ਉਹ ਖੜੇ ਹੋਏ ਹਨ ਧਰਮਖੰਡ ਵਿੱਚ ਉਹ ਮੰਨੇ ਤੇ ਸੁਣੀਏ ਦੀ ਅਵਸਥਾ ਨੂੰ ਪ੍ਰਾਪਤ ਕਰਕੇ ਉਹ ਜਿਹੜੇ ਸਾਜੇ ਹੋਏ ਪੰਜ ਸਨ ਜਿਹੜੇ ਉਹ ਪੰਜ ਧਰਮਖੰਡ ਵਿੱਚ ਖੜੇ ਹੋਏ ਹਨ ਉਹ ਸੱਜ ਰਹੇ ਹਨ ਉੱਥੇ ਪਰ I'm taking ahead of this and we are going to be concentrating on podi number 33 though. So before the class started at KCF, I had asked a question though, and I'm going to ask the KCF class a question. Who in the KCF class sitting there can connect podi number 32 and 33? I'll give about 30 seconds time though to a volunteer who wants to volunteer and tell me ki podi number 32 ਦੀ discussion ਜਿਹੜੀ last week ਮੈਂ ਕੀਤੀ ਸੀ ਗੁਰਦੁਆਰੇ ਉਹਦੇ ਨਾਲ podi number 33 ਦਾ ਕੀ ਰਿਸ਼ਤਾ ਆਪਸ ਵਿੱਚ Which I think it was already partially answered. Ke Nanak Nadri time ਮੈਂ ਸਿਰਫ KCF ਵਾਲੇ ਜਿਹੜੇ ਫਿਜ਼ੀਕਲ ਬੈਠੇ ਉਹਨਾਂ ਕੋਲ ਪੁੱਛਿਆ ਜਿਹੜੇ ਜ਼ੂਮ ਤੇ ਉਹਨਾਂ ਕੋਲ ਨਹੀਂ ਪੁੱਛਿਆ because I know you guys already heard that what Nisha Didi said, so I know that. So I wanted to see ki the class which jede baithe there are not too many people or whoever is sitting, you know. Okay, no answers. Nobody wants to take a shot at the question. The last line of podi 32 Nanak Nadri Paiye. So ਉਹਦੇ ਨਾਲ ਜਾਂ ਸਵੀਟੀ ਦੀ ਫਿਰ ਉਹਦੇ ਨਾਲ 33 ਵਾਲੀ ਪੌੜੀ ਨੂੰ ਕਣੀ ਨੂੰ ਜੋੜ ਦਿਓ ਆਪਸ ਵਿੱਚ ਤੇ how does it result in that?
It's the opposite. अपने हठ नाल कुछ नहीं होएगा. अपना That's right. So ਇਹ ਤਰ੍ਹਾਂ ਪਤ ਪਵੜੀਏ ਚੜੀਏ ਹੋਵੇ 21 ਕਰਨਾ ਹੈ ਤੁਸੀਂ ਪ੍ਰੇਮ ਨਾਲ ਪਰ ਹੱਠ ਨਾਲ ਨਹੀਂ ਹੋ ਸਕਦਾ as ਚੀਟੀ ਦੀਦੀ correctly pointed out. So ਰਸਤੇ ਬੜੇ ਹਨ ਦੇਖੋ ਦੋਨਾਂ ਬੜੇ ਧਰਮਾਂ ਦੇ ਅਲੱਗ-ਅਲੱਗ ਰਸਤੇ ਹਨ you know. ਯੋਗ ਦਾ ਅਲੱਗ ਰਸਤਾ ਹੈ ਉਹਦੇ ਵਿੱਚ ਸਭ ਤੋਂ ਪਹਿਲਾ ਯੋਗ ਜਿਹੜਾ ਸਿਖਾ ਜਾਂਦਾ ਉਹ ਹੱਠ ਯੋਗ ਹੈ ਤੇ ਹੱਠੀ ਜਿਹੜਾ ਕੰਮ ਹੁੰਦਾ ਮਨੇ ਜ਼ੋਰ ਜ਼ਬਰਦਸਤੀ ਕਰਨਾ ਘਰ-ਬਾਰ ਛੋੜ ਕੇ ਚਲੇ ਜਾਣਾ ਕਿਧਰੇ ਹੋਰ ਕੁਝ ਕਰ ਲੈਣਾ ਆਪਣੇ ਆਪ ਨੂੰ ਫੋਰਸ ਕਰਨਾ ਕਿਸੇ ਚੀਜ਼ ਦੇ ਉੱਤੇ ਆਪਣੀ ਬੁਨਿਆਦ ਨੂੰ ਉੱਤੇ ਰੱਖਣਾ ਹੱਠ ਵਾਲਾ ਜਿਹੜਾ ਰਸਤਾ ਹੈ ਆਪਣੇ ਜ਼ੋਰ ਵਾਲਾ ਜਿਹੜਾ ਰਸਤਾ ਹੈ ਉਹ ਗੁਰੂ ਨਾਨਕ ਦੇਵ ਜੀ ਦਾ ਰਸਤਾ ਨਹੀਂ ਹੈ ਤੇ ਹੱਠ ਦਾ can somebody in the class tell me ki ਹੱਠ ਦਾ antonym ਕੀ ਹੈ opposite ਕੀ ਹੈ word ਹੱਠ ਦਾ exact opposite of ਹੱਠ ਕਿਹੜਾ word ਹੈ ਗੁਰਬਾਣੀ ਵਿੱਚ ਇਹ word ਘੱਟੋ ਘੱਟ ਨਹੀਂ ਤੇ 3000 ਵਾਰੀ ਇਹ word ਵਰਤਿਆ ਗਿਆ ਹੈ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਹਿਜ ਅਵਸਥਾ thank you Vijay thank you absolutely right ਹੱਠ ਦੀ opposite ਅਵਸਥਾ ਸਹਿਜ ਹੈ ਇੱਕ ਪਾਸੇ ਹੱਠ ਹੈ ਇੱਕ ਪਾਸੇ ਸਹਿਜ ਹੈ ਕਈ ਵਿਚਕਾਰ ਖੜੇ ਨੇ ਮੇਰੇ ਵਰਗੇ ਕਈ ਵਾਰੀ ਸਹਿਜ ਹੈ ਕਈ ਵਾਰੀ ਨਹੀਂ ਹੈ ਕਈ ਵਾਰੀ ਹੱਠ ਹੈ you know ਪਰ ਇਹ ਹੱਠ ਵਾਲਿਆਂ ਦਾ ਰਸਤਾ ਨਹੀਂ ਹੈ ਪ੍ਰਮਾਤਮਾ ਪ੍ਰਾਪਤੀ ਦਾ ਰਸਤਾ ਹੱਠ ਵਾਲਾ ਨਹੀਂ ਹੈ ਇਹ ਹੱਠ ਵਾਲੇ ਨਹੀਂ ਪਹੁੰਚ ਸਕੇ ਤੇ ਜੇ ਹੱਠ ਵਾਲੇ ਪਹੁੰਚ ਜਾਂਦੇ ਨਾ ਤੇ ਫਿਰ ਸਾਰੇ ਪੰਡਿਤ ਤੇ ਸਾਰੇ ਗਿਆਨੀ ਉੱਥੇ ਪਹੁੰਚੀ ਹੁੰਦੇ ਉੱਥੇ ਇਹ ਹੱਠ ਵਾਲਾ ਰਸਤਾ ਨਹੀਂ ਹੈ ਇੱਥੇ ਨਾਨਕ ਪਹੁੰਚੇ ਹਨ ਇੱਥੇ ਕਬੀਰ ਪਹੁੰਚੇ ਹਨ ਇੱਥੇ ਨਾਮਦੇਵ ਪਹੁੰਚੇ ਹਨ ਇੱਥੇ ਭਾਈ ਸਾਹਿਬ ਭਾਈ ਵੀਰ ਸਿੰਘ ਹੋਰੀ ਪਹੁੰਚੇ ਹਨ you know ਇਹ ਜਿਹੜੇ ਜਿਨ੍ਹਾਂ ਨੇ ਇਹ ਰਸਤਾ ਨਹੀਂ ਅਪਣਾਇਆ ਜਿਹਨੇ ਰਸਤਾ ਸਹਿਜ ਵਾਲਾ ਅਪਣਾਇਆ ਹੈ ਤੇ ਸਹਿਜ ਕੀ ਹੈ what is ਸਹਿਜ actually let's define that word also literal meaning of sahaj anybody in the class or on the Zoom what is the literal meaning of if you picked up a Punjabi dictionary and looked up the word sahaj what would that mean literal meaning of the word sahaj acceptance complete acceptance choiceless living just ਨਹੀਂ ਸਹਿਜ ਮਨੇ natural ਹੋਏਗਾ ਉੱਥੇ natural ਹਾਂਜੀ so for example I can relate to it ਦੋਨੋਂ ਅੱਖਾਂ ਦੇਖਦੀਆਂ ਪਈਆਂ ਫਸਟ ਕਲਾਸ ਸਾਫ ਉਹ natural ਹੈ ਤੇ ਜੇ ਕੋਈ ਨਾ ਦਿਖੇ ਉਂਝ ਤੇ ਉਹ unnatural ਹੈ ਹਾਂਜੀ ਸੂਰਜ ਈਸਟ ਤੋਂ ਆਂਦਾ ਹੈ ਤੇ ਵੈਸਟ ਵਿੱਚ ਚਲਾ ਜਾਂਦਾ ਹੈ natural ਹੈ ਸਹਿਜ ਅਵਸਥਾ ਚ ਉਹ ਸਾਰਾ ਕੁਝ ਹਾਂਜੀ ਪਾਣੀ ਨੂੰ ਅੱਗ ਦੇ ਥੱਲੇ ਰੱਖੋ ਤੇ ਪਾਣੀ ਬੋਇਲ ਹੋ ਕੇ ਭਾਫ ਨਿਕਲ ਜਾਂਦੀ ਹੈ ਸਹਿਜ ਹੈ ਉਹ ਨੈਚੁਰਲ ਹੈ ਉਹਦਾ ਸੁਭਾਅ ਹੈ ਉਹ ਕਰਨਾ ਉਹਦਾ ਹਾਂਜੀ ਉਹਦਾ ਆਪਣੇ ਨੈਚੁਰਲ ਸੁਭਾਅ ਵਿੱਚ ਰਹਿਣਾ ਇਹ ਤੇ ਹੋਈ ਗੱਲ ਫਰਮ ਅ ਡਿਕਸ਼ਨਰੀ ਸਟੈਂਡ ਪੁਆਇੰਟ ਤੋਂ ਤੇ ਫਰਮ ਅ ਥੀਓਲੋਜੀਕਲ ਪਰਸਪੈਕਟਿਵ ਤੋਂ ਸਹਿਜ strictly from a gurmat angle to sahaj ਹੁਣ ਸਾਨੂੰ ਸਮਝ ਆ ਗਈ ਸਹਿਜ ਦੇ ਡਿਕਸ਼ਨਰੀ ਵਾਲੇ ਮੀਨਿੰਗ ਸਮਝ ਆ ਗਏ I want to have somebody from the Gurbani class sitting in KCF also participate. Sahaj Sahaj now the word from a Gurmat perspective though, from a theological perspective to Sahaj. ਵੀਰ ਜੀ ਜਦੋਂ ਤੁਸੀਂ ਹੁਕਮ ਚ ਰਹਿ ਰਹੇ ਹੋ ਹੁਕਮ ਚ ਲਾਈਫ ਕੱਢ ਰਹੇ ਹੋ ਧਰਮ ਦੇ ਪਾਥ ਤੇ ਚੱਲੇ ਹੋਏ ਹੋ ਹੁਕਮ ਚ ਹੈਗੇ ਹੋ ਰਜ਼ਾਈ ਚ ਹੈਗੇ ਹੋ ਤੇ ਉਹ ਸਹਿਜ ਹੈਗਾ ਜੇ ਉਹਦੇ ਵਿੱਚ ਤੁਹਾਨੂੰ ਐਫਰਟਲੈਸ ਹੈ ਤਾਂ ਜੇ ਤੁਸੀਂ ਮਨ ਨੂੰ ਹੋੜਦੇ ਨਹੀਂ ਆਪਣੇ ਸੋ ਫॉर ਐਗਜ਼ਾਮਪਲ ਜੇ ਤੁਹਾਡੇ ਮਨ ਵਿੱਚ ਬੁਰਾ ਖਿਆਲ ਆਇਆ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਤੇ ਤੁਹਾਨੂੰ ਫਿਰ ਗੁਰਬਾਣੀ ਯਾਦ ਆ ਗਈ ਓ ਨੋ ਇਹ ਗੱਲ ਗਲਤ ਹੈ ਨਹੀਂ ਕਰਨੀ ਮੈਂ ਉਹ ਤੁਸੀਂ ਸਹਿਜ ਵਿੱਚ ਨਹੀਂ ਹੋ ਹਾਲੇ ਸੋ ਟੇਕਿੰਗ ਅਨੀਸ਼ਾ ਜੀ's example anybody in people physically sitting in the classroom also how does that person will think if he is in the stage of sahaj as opposed to what I just said ki mere man ch mara khayal aaya par gurbani da pehra si utte mere dimag de utte bani da pehra si bani de pehre ne rok ditta oh khayal age aan nahi ditta usnu lekin main kiya hai ki ye sahaj wali avastha nahi hai so sahaj wali avastha which how will that person react though anybody sitting in physically in the gurbani class वो ख्याल भी नहीं आएगा thank you Kamal ji thank एक you फिल्टर होगा जो आने नहीं देगा that's it आएगा ही नहीं ख्याल किसी ਨੂੰ ਮਾੜਾ फिल्टर रहेगा आ ही नहीं सकता फिल्टर वो सीधा हट जाएगा
ਸਹਿਜ ਵਾਲੀ ਅਵਸਥਾ ਵਿੱਚ ਆਏਗਾ ਨਹੀਂ। ਕਿਉਂ ਨਹੀਂ ਆਏਗਾ? ਬਿਕੋਜ਼ ਸਹਿਜ ਵਾਲੀ ਅਵਸਥਾ ਵਿੱਚ ਉਹ ਜਿਗਿਆਸੂ ਦੀ ਉਹ ਅਵਸਥਾ ਹੈ ਸਹਿਜ ਵਾਲੀ, ਜਿਹੜੀ ਅਵਸਥਾ ਵਿੱਚ ਪਰਮੇਸ਼ਰ ਆਪ ਬੈਠਾ ਹੋਇਆ ਹੈ, ਜਿੱਥੇ ਉੱਥੇ ਯੂਨੀਅਨ ਹੈ ਪੂਰਾ ਸਹਿਜ ਵਿੱਚ। ਉਹ ਧਰਮਖੰਡੀ ਹੈ ਸਹਿਜ ਵਾਲਾ, ਉਹ ਧਰਮਖੰਡ ਚ ਪ੍ਰਵੇਸ਼ ਕਰ ਚੁੱਕੇ ਹੈ ਮੋਸਟ ਪ੍ਰੋਬਬਲੀ, ਜੇ ਨਹੀਂ ਕੀਤਾ ਤੇ ਕਰਨ ਵਾਲਾ ਹੈ। ਇਸ ਵਾਸਤੇ ਚੌਥੀ ਲਾਮ, ਹਰ ਚੌਥੜੀ ਲਾਮ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀਓ ਹੈ। ਉੱਥੇ ਹਰ ਚੌਥੜੀ ਲਾਮ ਮਨ ਸਹਿਜ ਪਿਆ। I am not looking for Balram. I am not hunting for Balram. I am not seeking Balram. I am not trying to get there Balram. ਹਰ ਪਾਇਆ ਬਲਰਾਮ ਜੀ। ਉੱਥੇ ਹਰ ਦੀ ਪ੍ਰਾਪਤੀ ਹੈ ਯੂਨੀਅਨ ਵਿੱਚ, ਇਸ ਵਾਸਤੇ ਸਹਿਜ ਹੈ। ਸੋ ਸਹਿਜ ਵਾਲੀ ਅਵਸਥਾ ਵਿੱਚ ਨੈਚੁਰਲ ਹੈ। I think I do love you. yeah, you see, that's what I don't like Gurbani di class, when people have it on but they're talking to somebody else. It's ਕਿਵੇਂ ਲੱਗਦਾ ਮੇਰੇ ਸੇ ਤੇ ਪਾਪ ਚੜਦਾ, you know. So ਸਹਿਜ ਵਾਲੀ ਅਵਸਥਾ ਵਿੱਚ ਹੱਠ ਨਹੀਂ ਹੈ। ਸਹਿਜ ਵਾਲੀ ਅਵਸਥਾ ਵਿੱਚ ਐਕਸੈਪਟੈਂਸ ਹੈ, ਨੈਚੁਰਲ ਐਕਸੈਪਟੈਂਸ ਹੈ। ਉਤਨੀ ਹੀ ਨੈਚੁਰਲ ਹੈ ਜਿਤਨੀਆਂ ਦੋਨੋਂ ਅੱਖਾਂ ਤੇ ਦੋਨੋਂ ਕੰਨ ਮੇਰੇ ਸੁਣਦੇ ਪਏ ਹਨ। ਉਤਨੀ ਹੀ ਨੈਚੁਰਲ ਹੈ ਜਿਤਨੀ ਸੂਰਜ ਈਸਟ ਤੋਂ ਆਉਂਦਾ ਹੈ। ਉਤਨੀ ਹੀ ਨੈਚੁਰਲ ਹੈ ਜਿਤਨੀ ਜਦੋਂ ਤਾਨਪੁਰੇ ਤੇ ਸਾਹ ਲੱਗਦਾ ਹੈ, ਜਿਹੜੇ ਵੀ ਐਂਗਲ ਤੇ ਲਗਾਏ, ਜਿਹੜੇ ਵੀ ਸੁਰ ਤੇ ਲਗਾਏ, ਜੀ ਸ਼ਾਰਪ ਤੇ ਲਗਾਏ, ਐਫ ਤੇ ਲਗਾਏ, ਯੂ نو। ਤੇ ਸਹਿਜ, ਇਹ ਰਿਮੈਂਬਰ, ਇਹ ਪੌੜੀ ਨੰਬਰ 1 ਨਹੀਂ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉਹ ਪਹਿਲੇ ਪੌੜੀ ਨੰਬਰ 1 ਵਿੱਚ ਸੀ, ਉੱਥੇ ਉਪਦੇਸ਼ ਦੇ ਆਏ। ਇਹ ਜਿਗਿਆਸੂ ਉਹ ਵਾਲਾ ਜਿਗਿਆਸੂ ਨਹੀਂ। ਇਹ ਜਿਗਿਆਸੂ ਨੇ, ਇਸ ਜਿਗਿਆਸੂ ਨੇ 32 ਪੌੜੀਆਂ ਪਾਰ ਕਰ ਲਿੱਤੀਆਂ ਹਨ। ਇਸ ਜਿਗਿਆਸੂ ਨੇ ਇਹ ਸੁਣਿਆ ਤੋਂ ਨਿਕਲ ਗਿਆ, ਮੰਨਿਆ ਤੋਂ ਨਿਕਲ ਗਿਆ, 5 ਪ੍ਰਵਾਨ ਵੀ ਹੋ ਗਿਆ, ਇੰਨੀ ਅਰਦਾਸ ਵੀ ਕਰ ਲਿੱਤੀ ਹੈ ਨਾਮ ਵਿਸਰਨ ਦੀ। ਸੋ ਹਰ ਇੱਕ ਦੇ ਰਸਤੇ ਹਨ। ਪਰਮਾਤਮਾ ਵੱਲ ਪਹੁੰਚਣ ਦਾ ਰਸਤਾ ਡੈਫੀਨੇਟਲੀ ਹੱਠ ਵਾਲਾ ਨਹੀਂ ਹੈ। ਇਹ ਪ੍ਰੇਮ ਮਾਰਗ ਹੈ, ਇਹ ਪ੍ਰੇਮ ਦਾ ਮਾਰਗ ਹੈ। ਪ੍ਰੇਮ ਦੇ ਮਾਰਗ ਵਿੱਚ ਹੱਠ ਨਹੀਂ ਹੁੰਦਾ ਕਦੀ। ਨਾਮ ਦੇ ਮਾਰਗ ਵਿੱਚ ਹੱਠ ਨਹੀਂ ਹੁੰਦਾ ਕਦੀ। ਨਾਮ ਤੇ ਚੱਲਣ ਵਾਲਾ ਹੱਠੀ ਨਹੀਂ ਹੁੰਦਾ ਕਦੀ, ਔਰ ਹੱਠ ਵਾਲਾ ਜਾ ਵੀ ਨਹੀਂ ਸਕਦਾ ਉਧਰ ਕਦੀ। ਹੱਠ ਵਾਲਾ ਕਦੀ ਪ੍ਰਮਾਤਮਾ ਤੱਕ ਪਹੁੰਚ ਨਹੀਂ ਸਕਦਾ। ਉਹ ਸਭ ਕੁਝ ਉਸ ਤੇ ਛੋੜਦਾ ਹੈ। ਔਰ ਤੁਹਾਡੇ ਹੱਥ ਹੈ ਵੀ ਕੁਝ ਵੀ ਨਹੀਂ ਵੈਸੇ ਵੀ। ਇੱਥੇ ਵਰਡ ਜ਼ੋਰ ਵਰਤਿਆ ਨੇ ਹੱਠ ਦੀ ਜਗ੍ਹਾ। ਜ਼ੋਰ ਮਨੇ ਤਾਕਤ ਹੁੰਦੀ ਹੈ, ਫਿਜ਼ੀਕਲ ਕਹਿ ਲਓ, ਮੈਂਟਲ ਕਹਿ ਲਓ। ਤੇ ਆਈ ਐਮ ਗਲੈਡ ਕਿ ਇੱਥੇ ਮੈਂਟਲ ਤਾਕਤ ਦੀ ਵੀ ਗੱਲ ਆਈ ਹੈ ਤੇ ਫਿਜ਼ੀਕਲ ਤਾਕਤ ਦੀ ਵੀ ਗੱਲ ਆਈ ਹੈ। ਦੋਨੋਂ ਕੁਝ ਨਹੀਂ ਹੈ ਤੁਹਾਡੇ ਹੱਥ ਤੇ। ਇਸ ਲੈਵਲ ਦਾ ਜਿਗਿਆਸੂ ਹੱਠ ਤੋਂ ਵੈਸੇ ਵੀ ਦੂਰ ਚਲਾ ਗਿਆ। ਹੱਠ ਤੋਂ ਵੈਸੇ ਵੀ ਦੂਰ, ਉਹ ਸਹਿਜ ਅਵਸਥਾ ਵਿੱਚ ਹੈ, ਸਹਿਜ ਵਿੱਚ ਹੈ ਉਹ। ਇਸੀ ਵਾਸਤੇ ਪੌੜੀਆਂ ਚੜ ਗਿਆ, 21 ਹੋ ਗਿਆ। ਉਹ ਆਪਣੇ ਜ਼ੋਰ ਨਾਲ ਨਹੀਂ ਕੀਤੀਆਂ ਸੋ, ਪ੍ਰੇਮ ਮਾਰਗ ਅਪਣਾਇਆ ਸੋ। ਪ੍ਰੇਮ ਮਾਰਗ ਅਪਣਾਇਆ ਸੋ ਤੇ ਪ੍ਰੇਮ ਮਾਰਗ ਅਪਣਾ ਕੇ ਆਪਣੇ ਪ੍ਰਮਾਤਮਾ ਦੇ ਦਰ ਤੇ ਖੜਾ ਹੋ ਕੇ ਅੱਜ ਹੁਣ ਦੇਖੋ ਧਰਮਖੰਡ ਐਂਟਰ ਕਰਨ ਵਾਲਾ ਹੈ ਜਿਗਿਆਸੂ। ਇਹ ਜਿਗਿਆਸੂ ਤਿਆਰ ਹੈ ਹੁਣ। ਧਰਮਖੰਡ ਦੀਆਂ ਪੌੜੀਆਂ ਅੱਗੇ ਧਰਮਖੰਡ ਹੈ, ਇਸ ਤੇ ਪਰ ਖੜਾ ਹੋਇਆ ਅੱਗੇ। ਇਹਨੂੰ ਪਤਾ ਲੱਗ ਗਿਆ ਇਸ ਜਿਗਿਆਸੂ ਨੂੰ। ਇਸ ਜਿਗਿਆਸੂ ਨੂੰ ਨੌਲੇਜ ਹੈ, ਇਸ ਜਿਗਿਆਸੂ ਨੂੰ ਪਤਾ ਹੈ ਸਹਿਜ ਵਾਲੀ ਅਵਸਥਾ ਵਿੱਚ ਵੀ ਧਰਮਖੰਡ 'ਚ ਪੌੜੀਆਂ ਮੇਰੀਆਂ ਪੈ ਸਕਦੀਆਂ ਹਨ। ਧਰਮਖੰਡ ਵਿੱਚ ਜਿੱਥੇ ਇਹ ਦੁਨੀਆ ਬਣੀ ਹੈ, ਜਿਹੜੀ ਇਹ ਅਗਲੀਆਂ ਪੌੜੀਆਂ ਵਿੱਚ ਆਣਗੀਆਂ ਨਾ, ਰਾਤੀ ਰੁਤੀ ਥਿੱਤੀ ਵਾਰ ਪੌਣ ਪਾਣੀ, ਇਹ ਆਣਗੀਆਂ ਨਾ, ਚੀਜ਼ਾਂ ਬਣਾਈਆਂ ਗਈਆਂ ਨੇ, ਧਰਮਸਾਲ ਬਣਾਈ ਗਈ ਹੈ ਨਾ ਖੱਟਣ ਵਾਸਤੇ, ਕਰਮ ਕਰਨ ਵਾਸਤੇ। ਇਹ ਜਿਗਿਆਸੂ ਰੈਡੀ ਹੈ। ਪਰ ਇਸ ਜਿਗਿਆਸੂ ਨੂੰ ਉਪਦੇਸ਼ ਹੈ ਬੜਾ ਇਸ ਪੌੜੀ ਵਿੱਚ ਕਿ ਦੇਖ ਨਾ, ਤੇਰੇ ਆਉਣ ਦਾ ਜਦੋਂ ਤੂੰ ਆਇਆ ਸੀ ਇੱਥੇ, ਤੇ ਮੈਂ ਪੌੜੀ ਨੰਬਰ ਲਾਈਨ ਨੰਬਰ 3 ਲੈ ਰਿਹਾ ਪਹਿਲੇ। ਮੋਸਟ ਆਥਰਸ ਹੈਵ ਡਨ ਦ ਸੇਮ। ਜੋਰ ਨਾ ਜੀਵਨ, ਮਰਨ ਨਾ ਜੋਰ। ਨੋਟਿਸ ਕਰੋ ਕਿ ਇੱਕ ਇਸ ਪੌੜੀ ਵਿੱਚ ਆਖਣ ਦੇ ਡਾਣੇ ਨੂੰ ਸਿਹਾਰੀ ਹੈ, ਮੰਗਣ ਦੇ ਡਾਣੇ ਨੂੰ ਸਿਹਾਰੀ ਹੈ, ਦੇਣ ਦੇ ਡਾਣੇ ਨੂੰ ਸਿਹਾਰੀ ਹੈ, ਜੀਵਨ ਦੇ ਡਾਣੇ ਨੂੰ ਸਿਹਾਰੀ ਹੈ, ਮਰਨ ਦੇ ਡਾਣੇ ਨੂੰ ਸਿਹਾਰੀ ਹੈ, ਰਾਜ ਦੇ ਰਾਰੇ ਨੂੰ, ਜੱਜੇ ਨੂੰ ਸਿਹਾਰੀ ਹੈ, ਮਾਲ ਦੇ ਲੱਲੇ ਨੂੰ ਸਿਹਾਰੀ ਹੈ, ਮਨ ਦੇ ਨੰਨੇ ਨੂੰ ਸਿਹਾਰੀ ਹੈ, ਗਿਆਨ ਦੇ ਨੰਨੇ ਨੂੰ ਸਿਹਾਰੀ ਹੈ। ਮੈਂ ਜਾਣਾ ਨਹੀਂ, ਵੈਸੇ ਜਨਰਲੀ ਸਪੀਕਿੰਗ, I do not go into grammar the rules in it, but can somebody in the class point out why is that? Why the Guru suddenly ਹੁਣੇ
ਹਰ ਜਗ੍ਹਾ ਸਿਹਾਰੀਆਂ ਕਿਉਂ ਲਗਾਈਆਂ ਨੇ ਉਹਨਾਂ ਨੇ ਇੱਥੇ? ਕੋਈ ਗਿਆਨ ਦੇ ਨੰਨਾ ਮੁਕਤਾ ਵੀ ਰੱਖ ਦਿੰਦੇ ਕਦੀ। ਹਾਂਜੀ, ਮਾਣ ਦੀ ਜਨ ਜ਼ੋਰ ਨਾ ਮੰਗਣ ਤੇ ਉੱਤੇ ਮੰਗਣ ਦੇ ਰਾਣੇ ਨੂੰ ਔਕੜ ਲੱਗ ਸਕਦਾ ਸੀ, ਰਾਣਾ ਮੁਕਤਾ ਰੱਖ ਸਕਦੇ ਸਨ ਉੱਥੇ। ਐਨੀ ਵੀਰ ਜੀ, it means true particular ਕਾਰਕ ਲੱਗਿਆ ਹੋਇਆ ਇੱਥੇ, ਬਟ ਇੱਥੇ ਰਾਣੇ ਦੀ, ਇੱਥੇ ਸਿਹਾਰੀ ਦੀ I would like to try first the Gurbani ਜਿਹੜੇ physically class ਬੈਠੇ ਹੋਏ, and let me see if they can answer the question, otherwise I'll go to the Zoom class. Anybody in the classroom sitting there though think that ਕਿ ਇੱਥੇ grammar ਦੇ ਹਿਸਾਬ ਦੇ ਨਾਲ ਸਿਹਾਰੀਆਂ ਕਿਉਂ ਲੱਗੀਆਂ ਹੋਈਆਂ ਹਰ ਨਾਉਨ ਨੂੰ? ਪਹਿਲਾ ਕੁਐਸਚਨ ਹੈ ਕਿਉਂ ਲੱਗੀਆਂ ਹੋਈਆਂ? ਦੂਸਰਾ ਕੁਐਸਚਨ ਹੈ ਜੇ ਨਾ ਲੱਗੀਆਂ ਹੁੰਦੀਆਂ ਤੇ ਫਿਰ ਕੀ ਹੁੰਦਾ? ਹੁਣ ਇੱਥੇ ਗੁਰਬਾਣੀ ਦਾ ਵਿਆਕਰਣ ਜੇ ਬੋਧ ਨਹੀਂ ਹੈ ਗੁਰਬਾਣੀ ਦੇ ਵਿਆਕਰਣ ਦਾ, ਤੇ ਫਿਰ ਮੁਸ਼ਕਲਾਤ ਆਏਗੀ ਸਮਝਣ ਵਿੱਚ, ਫਿਰ ਉਹ ਖਾਏਗਾ ਸਮਝਣ ਵਿੱਚ। ਜੀਵਨ ਦੇ ਨਾਲ, ਮਰਨ ਦੇ ਨਾਲ, ਔਰ ਥਰੂ ਮਰਨ ਵਿੱਚ, ਨਾਲ ਨਹੀਂ, ਮਰਨ ਵਿੱਚ। ਨਾ ਮਰਨ ਵਿੱਚ, ਨਾ ਦੇਣ ਵਿੱਚ, ਨਾ ਜੀਵਨ ਵਿੱਚ, ਨਾ ਮਰਨ ਵਿੱਚ, ਨਾ ਰਾਜ ਵਿੱਚ, ਨਾ ਮਾਲ ਵਿੱਚ, ਨਾ ਮਨ ਵਿੱਚ, ਨਾ ਗਿਆਨ ਵਿੱਚ, ਨਾ ਵਿਚਾਰ ਵਿੱਚ, ਨਾ ਸੁਰਤ ਵਿੱਚ। ਕਿਸੇ ਵਿੱਚ ਜ਼ੋਰ ਨਹੀਂ ਹੈ ਤੁਹਾਡਾ। ਮਰਨ ਵਿੱਚ ਜ਼ੋਰ ਨਹੀਂ ਹੈ ਤੇ ਜੀਵਨ ਵਿੱਚ ਜ਼ੋਰ ਨਹੀਂ ਹੈ। ਭਾਰ ਇੱਥੇ ਆਣ ਦੇ, ਇੱਥੇ ਕਿਸ ਤਰ੍ਹਾਂ ਤੁਸੀਂ ਆਏ ਹੋ ਉਹਦੇ ਵਿੱਚ ਤੁਹਾਡਾ ਜ਼ੋਰ ਨਹੀਂ, ਤੇ ਜੀਵਨ ਵਿੱਚ ਮਨੇ ਜੋ ਇੱਥੇ ਜੋ ਕਰੋਗੇ ਇੱਥੇ ਆ ਕੇ ਉਹ ਵੀ ਉਹਦੀ ਨਜ਼ਰ ਚਾਹੀਦੀ ਹੈ। ਤੇ ਮਰਨ ਵਿੱਚ ਮਨੇ ਮਰਨ ਦੇ ਟਾਈਮ ਜਾਂ ਮਰਨ ਤੋਂ ਬਾਅਦ ਜਾਂ ਮਰਨ ਦੇ ਵੇਲੇ ਉਹਦੇ ਵਿੱਚ ਹੀ ਤੁਹਾਡਾ ਕੋਈ ਕੰਟਰੋਲ ਨਹੀਂ। ਕਾਰਕ ਦੇ ਰੂਲਸ ਹਨ। ਗਿਆਨ ਵਿੱਚ ਤੁਹਾਡਾ ਜ਼ੋਰ ਨਹੀਂ ਹੈ, ਮਾਲ ਵਿੱਚ ਤੇ ਮਨ ਵਿੱਚ ਵੀ ਨਹੀਂ ਹੈ ਤੁਹਾਡਾ ਜ਼ੋਰ, ਕਿਉਂਕਿ ਜਿਹੜੀਆਂ ਚੀਜ਼ਾਂ ਬੰਦਾ ਕਮਾਉਂਦਾ ਹੈ ਰਾਜ ਨਾਲ, ਰਾਜ ਵਿੱਚ ਜ਼ੋਰ ਨਹੀਂ ਹੈ ਤੁਹਾਡਾ, ਤੇ ਰਾਜ ਵਿੱਚੋਂ ਮਿਲੀਆਂ ਹੋਈਆਂ ਚੀਜ਼ਾਂ ਦੇ ਨਾਲ ਜਿਹਦੇ ਤੁਹਾਡੇ ਮਨ ਵਿੱਚ ਜਿਹੜੇ ਸ਼ੋਰ ਉਪਜਦੇ ਹਨ, ਜਾਂ ਤੁਹਾਡੇ ਮਨ ਵਿੱਚ ਜਿਹੜੀਆਂ ਚੀਜ਼ਾਂ ਉਪਜਦੀਆਂ ਹਨ, ਉਹ ਚੀਜ਼ਾਂ ਮਨ ਦੇ ਥਰੂ ਜਾਂ ਮਨ ਵਿੱਚ, ਉਹਦੇ ਵਿੱਚ ਹੀ ਤੁਹਾਡਾ ਕੋਈ ਜ਼ੋਰ ਨਹੀਂ। ਤੁਹਾਡੀ ਕੋਈ ਇੱਥੇ ਕੋਈ ਲਿਪਾਈ ਮਾਨਤਾ ਨਹੀਂ ਹੈ ਇੱਥੇ। ਹਾਂਜੀ ਅਨੀਸ਼ਾ ਜੀ, you have a question? ਵੀਰ ਜੀ, I have a question. Is it saying ਕਿ ਤੁਹਾਡੇ ਕਰਨ ਨਾਲ ਤੁਹਾਨੂੰ ਕੋਈ ਜ਼ੋਰ ਨਹੀਂ ਮਿਲਦਾ, ਜਾਂ ਤੁਹਾਡੇ ਜ਼ੋਰ ਨਾਲ ਤੁਸੀਂ ਇਹ ਕੋਈ ਕੰਮ ਕਰ ਵੀ ਨਹੀਂ ਸਕਦੇ? Which is it? ਦੋਨੋਂ ਗੱਲਾਂ ਇੰਪੋਰਟੈਂਟ, ਬਹੁਤ ਥਿੰਗਸ ਆ। ਇੱਕ ਤੇ ਤੁਹਾਡੇ ਆਪਣੇ ਜ਼ੋਰ ਨਾਲ ਕੁਝ ਵੀ ਹੋਣ ਨਹੀਂ ਵਾਲਾ, ਔਰ ਦੂਸਰੀ ਗੱਲ ਹੈ ਕਿ ਜੇ ਜ਼ੋਰ ਕਰੇਗਾ ਵੀ ਤਾਂ ਵੀ ਨਹੀਂ ਕੁਝ ਕਰ ਸਕਦਾ। ਹੱਠ ਨਾਲ ਨਹੀਂ ਕੁਝ ਹੁੰਦਾ ਇੱਥੇ। ਜੰਮਣਾ ਇੱਥੇ ਹੱਠ ਨਾਲ ਨਹੀਂ ਹੈ ਨਾ, ਮਰਨਾ ਇੱਥੇ ਹੱਠ ਨਾਲ ਨਹੀਂ ਹੈ। ਮਰਨ ਵਿੱਚ ਵੀ ਜ਼ੋਰ ਨਹੀਂ ਹੈ ਤੁਹਾਡਾ, ਕੁਝ ਜ਼ੋਰ ਨਹੀਂ, ਜ਼ੋਰ ਵੀ ਨਹੀਂ ਹੈ ਤੇ ਹੱਠ ਵੀ ਨਹੀਂ ਹੈ। ਕੋਈ ਬੰਦਾ ਕਵੇ ਕਿ ਮੈਂ ਆਪਣੇ ਆਪ ਨੂੰ ਹੁਣੇ ਮਾਰ ਲਵਾਂ, I guess he can commit suicide and then you can say yeah suicide ਹੋ ਗਈ, maybe ਲਿਖਿਆ ਨਹੀਂ ਹੋਇਆ ਸੀ ਤੇ ਹੋ ਗਈ, ਔਰ ਉਹਦੇ ਕੁਐਸਚਨ ਮੇਰੇ ਕੋਲ ਨਹੀਂ ਹੈ। ਪਰ ਮਰਨ ਵਿੱਚ ਜ਼ੋਰ ਕਿਸੇ ਦਾ ਨਹੀਂ ਹੈ। ਕਿਸੇ ਨੇ ਕਦਮ ਜਾਣਾ ਉਸ ਦਿਨ ਜਾਣਾ, ਜਿਸ ਦਿਨ ਜਾਣਾ ਉਸਨੇ। ਆਉਣ ਦਾ ਜ਼ੋਰ ਨਹੀਂ ਹੈ। ਜ਼ੋਰ ਨਾ ਹੋਣ ਕਰਕੇ ਤੁਸੀਂ ਹੱਠ ਵੀ ਨਹੀਂ ਕਰ ਸਕਦੇ, ਉਹਦੇ ਤੇ ਹੱਠੀ ਵੀ ਨਹੀਂ ਹੋ ਸਕਦੇ। ਭਾਈ ਸਾਹਿਬ, ਭਾਈ ਵੀਰ ਸਿੰਘਾਂ ਨੇ ਇੱਥੇ ਲੈਟ ਮੀ ਪੁਆਇੰਟ ਆਊਟ, ਜਿਨ੍ਹਾਂ ਕੋਲ ਸੰਥਿਆ ਹੈ ਘਰ ਜਾ ਕੇ ਪੜ੍ਹਿਓ, ਤੇ ਇੱਥੇ ਇੱਕ ਗੁਰਬਾਣੀ ਵਿੱਚ ਬੜੇ ਤਰ੍ਹਾਂ ਦੇ ਅਲੰਕਾਰ ਲੱਗਦੇ ਹਨ। ਅਲੰਕਾਰ ਦਾ ਲਿਟਰਲ ਮੀਨਿੰਗ ਹੁੰਦਾ ਹੈ, what's the literal meaning of ਅਲੰਕਾਰ? Literal meaning is like ਆਭੂਸ਼ਣ ਕਹਿ ਲਓ, ਜਿਹੜੇ ਜੁਐਲਰੀ ਕਹਿ ਲਓ, ਸਿੰਗਾਰਦਾ, ਆਪਣੇ ਸਰੀਰ ਨੂੰ ਸਿੰਗਾਰਦੀ ਹੈ ਇਸਤਰੀ, ਜੁਐਲਰੀ ਪਾ ਕੇ ਸੋਹਣੀ ਲੱਗਦੀ ਹੈ ਪਾ ਕੇ। ਹਾਂਜੀ, ਕਈ ਪੁਰਸ਼ ਵੀ ਕਰਦੇ ਹਨ, ਕਈ ਮੇਲਸ ਵੀ ਕਰਦੇ ਹਨ। ਤੇ ਜਦੋਂ ਪੋਇਟਰੀ ਲਿਖਣ ਵਾਲਾ, ਜਦੋਂ ਬਾਣੀ ਲਿਖਣ ਵਾਲੇ ਜਾਂ ਪੋਇਟਰੀ ਲਿਖਣ ਵਾਲੇ ਵੀ ਆਪਣੀ ਪੋਇਟਰੀ ਨੂੰ ਸਿੰਗਾਰਦੇ ਹਨ ਅਲੰਕਾਰਾਂ ਨਾਲ। ਭਾਈ ਕਾਹਨ ਸਿੰਘ ਨਾਭਾ ਬਹੁਤ ਵੱਡੇ ਵਿਦਵਾਨ ਹੋਏ ਹਨ, ਗੁਰਸਿੱਖ ਬਹੁਤ ਵੱਡੇ, ਬੜੀ ਕਿਰਪਾ ਗੁਰੂ ਦੀ ਉਹਨਾਂ ਤੇ ਰਹੀ ਹੈ। ਬੜੀਆਂ ਇੰਪੋਰਟੈਂਟ ਬੁੱਕਸ ਉਹਨਾਂ ਨੇ ਲਿਖੀਆਂ ਹੋਈਆਂ, ਮਹਾਨ ਕੋਸ਼ ਲਿਖਿਆ ਉਹਨਾਂ ਨੇ, ਹੋਰ ਵੀ ਬੜਾ ਕੁਝ ਉਹਨਾਂ ਨੇ। ਉਹਨਾਂ ਦੀ ਦੇਣ ਜਿਹੜੀ ਹੈ ਕੌਮ ਕਦੀ ਦੇ ਨਹੀਂ ਸਕਦੀ ਵਾਪਸ ਉਹਨਾਂ ਦੀ। ਆਪ ਵੀ ਬੜੇ ਨਾਮ ਨਾਲ ਪ੍ਰਵਿੱਤ ਹੋਏ,
ਬੜੇ ਉੱਚ ਕੋਟੀ ਦੇ ਵਿਦਵਾਨ ਤੇ ਉੱਚ ਕੋਟੀ ਦੇ ਜਿਗਿਆਸੂ। ਉਹਨਾਂ ਦੀ ਇੱਕ ਬੁੱਕ ਹੈ ਜੇ ਤੁਹਾਡੇ if you can get your hands on it, called ਗੁਰਬਾਣੀ ਅਲੰਕਾਰ, ਲਿਖੀ ਉਹਨਾਂ। I think he is one of the only one who wrote that book. I don't know, I have the very old copy, I bought it like 30 years ago, ਬੜੀ ਪੁਰਾਣੀ edition ਹੈ ਮੇਰੇ ਕੋਲ ਘਰ ਪਈ ਹੋਈ। I sometimes refer to it, a lot of times if these things come over I refer to it, you know। ਤਾਂ ਉਹਦੇ ਵਿੱਚ ਸਾਰੇ ਅਲੰਕਾਰਾਂ ਦੇ ਨਾਂ ਹਨ। ਇਸ ਅਲੰਕਾਰ ਜਿਹੜਾ ਇੱਥੇ ਵਰਤਿਆ ਗਿਆ ਅਲੰਕਾਰ, ਇਹ ਅਰਥਾਂਤਰ ਨਿਯਮ ਅਲੰਕਾਰ ਕਹਿੰਦੇ ਹਨ ਇਹਨੂੰ। ਜਦੋਂ ਪੂਰੀ ਪੋਇਟਰੀ ਦੇ ਵਿੱਚ ਇੱਕ ਕਾਰਕ ਨੂੰ ਲੈ ਕੇ ਅੱਗੇ ਤੇ ਉਸ ਕਾਰਕ ਦੀਆਂ ਇੱਕੋ ਹੀ ਕਾਰਕ ਨੂੰ ਲੈ ਕੇ ਉਸ ਕਾਰਕ ਦੇ ਉੱਤੇ ਹੀ ਰੱਖ ਕੇ ਪੂਰੀ ਉਸ ਪੌੜੀ ਦੀ ਜਦੋਂ ਤੁਸੀਂ ਨਿਰਮਾਣ ਕਰਦੇ ਹੋ ਉਸ ਨੂੰ, ਤੇ ਇਹ ਪਾਰਟਿਕੂਲਰ ਇੱਥੇ ਇੱਕ ਅਲੰਕਾਰ ਵਰਤਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਜੰਮਣ ਵਿੱਚ ਤੇਰਾ ਕੋਈ ਜ਼ੋਰ ਨਹੀਂ ਹੈ ਤੇ ਹੱਠ ਵੀ ਨਹੀਂ ਹੈ, ਮਰਨ ਵਿੱਚ ਤੇਰਾ ਕੋਈ ਜ਼ੋਰ ਨਹੀਂ ਹੈ ਤੇ ਹੱਠ ਵੀ ਨਹੀਂ ਹੈ, ਤੇ ਜਨਮ ਔਰ ਮਰਨ ਦੇ ਵਿਚਕਾਰ ਜਿਹੜੀਆਂ ਸਟੇਜਸ ਹਨ ਇਹ ਵੀ ਤੂੰ ਹੱਠ ਨਾਲ ਨਹੀਂ ਲਗਾ ਸਕਦਾ। ਹੱਠ ਨਹੀਂ ਹੈ ਤੇਰੇ 'ਚ, ਤੂੰ ਨਹੀਂ ਕਰ ਸਕਦਾ, ਤੇਰਾ ਜ਼ੋਰ ਨਹੀਂ ਹੈ, ਤੇਰਾ ਜ਼ੋਰ ਨਹੀਂ ਹੈ ਨੰਬਰ 1। ਤੇ ਜੇ ਤੂੰ ਜ਼ੋਰ ਲਗਾਉਣਾ ਵੀ ਚਾਹਵੇਂ ਹੱਠ ਕਰਕੇ ਤੇ ਨਹੀਂ ਕਰ ਸਕਦਾ, ਪਰਮਾਤਮਾ ਦੇ ਰਸਤੇ 'ਚ ਨਹੀਂ ਪਹੁੰਚ ਸਕਦਾ ਤੂੰ। ਦੋਨੋਂ ਚੀਜ਼ਾਂ ਆਖਣ ਜ਼ੋਰ, ਚੁੱਪੇ ਨਾ ਜ਼ੋਰ, ਨਾ ਬੋਲਣ ਵਿੱਚ ਤੇਰਾ ਜ਼ੋਰ ਹੈ, ਆਖਣ ਵਿੱਚ। ਤੇ ਕਈ ਚੁੱਪ ਰਹਿਣ ਵਾਲੇ ਹਨ, ਚੁੱਪ ਰਹਿਣ ਵਿੱਚ ਜ਼ੋਰ ਕਿਉਂ ਨਹੀਂ ਹੈ ਤੇਰਾ, ਹੱਟ ਨਾਲ ਕਿਉਂ ਨਹੀਂ ਚੁੱਪ ਰਹਿ ਸਕਦਾ? ਅੱਛਾ, ਪਹਿਲੇ ਆਖਣ ਤੇ ਜ਼ੋਰ ਵਿੱਚ ਕਿਉਂ ਆਏ ਵਰਡ, what do they represent? ਆਖਣ ਤੇ ਜ਼ੋਰ, who can point some light to it? ਲਿਟਰਲ ਮੀਨਿੰਗ ਤੇ ਬੜੇ ਈਜ਼ੀ ਹਨ, ਕੋਈ ਨਾ ਤੁਹਾਡੇ ਬੋਲਣ ਵਿੱਚ ਜ਼ੋਰ ਹੈ ਤੇ ਨਾ ਤੁਹਾਡੇ ਚੁੱਪ ਰਹਿਣ ਵਿੱਚ ਜ਼ੋਰ ਹੈ। ਭਾਵ ਨਾ ਬੋਲਣ ਵਿੱਚ ਹੱਟ ਕਰ ਸਕਦਾ ਬੰਦਾ ਤੇ ਨਾ ਚੁੱਪ ਰਹਿਣ ਵਿੱਚ ਹੱਟ ਕਰ ਸਕਦਾ ਹੈ। ਪਰ ਵਾਈ ਇਹ ਜ਼ੋਰ ਕੋਈ ਇਹ ਜ਼ੋਰ ਜਿਹੜਾ ਹੈ ਕੋਈ ਪਾਰਟਿਕੂਲਰ ਜ਼ੋਰ ਬਾਰੇ ਗੱਲ ਹੁੰਦੀ ਪਈ ਇੱਥੇ ਪ੍ਰਮਾਤਮਾ ਦੇ ਰਸਤੇ ਤੇ ਪਹੁੰਚਣ ਵਾਸਤੇ। ਤੇ ਵਾਈ ਹੈਜ਼ ਹੀ ਚੋਜ਼ਨ ਆਖਣ ਤੇ ਚੁੱਪੇ। ਚੁੱਪਣ ਦੀ ਗੱਲ ਬੋਡੀ ਨੰਬਰ 1 ਵਿੱਚ ਵੀ ਆ ਚੁੱਕੀ ਹੈ। ਹਾਂਜੀ, ਐਨੀਬਡੀ ਫਰਮ ਦੀ ਫਿਜ਼ੀਕਲ ਅਟੈਂਡਿੰਗ ਦ ਸਟੂਡੈਂਟਸ ਓਵਰ देयर ਕਿ ਆਖਣ, ਇੱਥੇ ਆਖਣ ਤੇ ਚੁੱਪੇ ਵਿੱਚ ਪ੍ਰਯੋਜਨ ਕੀ ਹੈ ਕਹਿਣ ਦਾ ਉੱਥੇ? Can somebody new could throw some light on it though? It's for the people who used to keep quiet. That's right, and people who used to baat say a lot. That's right, thank you Sudhi Didi। ਦੋ ਤਰ੍ਹਾਂ ਦੇ ਪ੍ਰਚਾਰ ਮਸ਼ਹੂਰ ਸਨ, ਦੋ ਤਰ੍ਹਾਂ ਦੇ ਸਾਧੂ। ਇੱਕ ਜਾ ਕੇ ਬੋਲਦੇ ਸਨ ਬਹੁਤ ਜ਼ਿਆਦਾ, ਕਿਤਾਬਾਂ ਲੈ ਕੇ ਖੋਲ ਕੇ ਬੋਲਣਾ ਤੇ ਡਿਸਕ੍ਰਾਈਬ ਕਰਨਾ। ਥੈਂਕ ਯੂ Sudhi Didi, that's absolutely right। ਤੇ ਦੂਸਰੇ ਕੌਣ ਸਨ? ਜਿਹੜੇ ਮੌਨ ਧਾਰੀ ਸਨ, ਚੁੱਪ ਰਹਿਣ ਵਾਲੇ। ਇੱਥੇ ਮਹਾਰਾਜ ਵਰਡ ਯੂਜ਼ ਕਰਦੇ ਤੇ ਚੁੱਪ ਰਹਿਣ ਵਾਲੇ ਵੀ ਜਾਂ ਮੌਨ ਧਾਰਨ ਕਰਨ ਵਿੱਚ ਵੀ ਤੇਰਾ ਜ਼ੋਰ ਨਹੀਂ ਹੈ, ਤੇਰਾ ਹੱਠ ਨਾਲ ਨਹੀਂ ਤੂੰ ਕਰ ਸਕਦਾ। ਜੇ ਹੱਠ ਨਾਲ ਚੁੱਪ ਕੀਤਾ ਤੂੰ, ਆਪਣੇ ਜ਼ੋਰ ਨਾਲ ਚੁੱਪ ਕੀਤਾ ਆਪਣੇ ਆਪ ਨੂੰ, ਤੇ ਕੀ ਹੋਏਗਾ ਫਿਰ? what happens then? Anybody take a shot at it? ਹੱਠ ਨਾਲ ਕੋਈ ਚੁੱਪ ਕਰੇ ਆਪਣੇ ਆਪ ਨੂੰ ਤਾਂ what happens? ਮਨ ਤੇ ਬੋਲੀ ਜਾ ਰਿਹਾ। ਥੈਂਕ ਯੂ ਵੀਰ ਜੀ। ਅੰਦਰਲਾ ਤੇ ਚੁੱਪ ਨਹੀਂ ਹੋਇਆ। ਅੰਦਰਲਾ ਚੁੱਪ ਤਾਂ ਹੀ ਹੋਏਗਾ ਨਰਿੰਦਰ ਵੀਰ ਜੀ, ਜਦੋਂ ਨਾਮ ਦਾ ਪਿਆਰ ਅੰਦਰ ਵਸੇਗਾ ਤੇ ਅੰਦਰਲਾ ਚੁੱਪ ਹੋਏਗਾ। ਤੇ ਅੰਦਰਲਾ ਚੁੱਪ ਹੋਏਗਾ ਤਾਂ ਜਦੋਂ ਵਾਸ਼ਨਾਵਾਂ ਘਟਣਗੀਆਂ, ਜਦੋਂ ਵਾਂਟਸ ਘਟ ਜਾਣਗੀਆਂ। ਉਹ ਵਾਂਟਸ ਘਟਣਗੀਆਂ ਤਾਂ ਜਦੋਂ ਪ੍ਰਮਾਤਮਾ ਨਾਲ ਪਿਆਰ ਪਵੇਗਾ ਜ਼ਿਆਦਾ। ਜਦੋਂ ਇਹ ਰਿਸ਼ਤਾ ਸਟਰੋਂਗ ਹੋਏਗਾ ਤੇ ਬਾਹਰਲੇ ਰਿਸ਼ਤੇ ਜਿਹੜੇ ਕਮਜ਼ੋਰ ਹੋ ਜਾਂਦੇ। ਬਾਹਰਲੇ ਰਿਸ਼ਤੇ ਟੁੱਟ ਨਹੀਂ ਜਾਂਦੇ, ਬਾਹਰਲੇ ਰਿਸ਼ਤੇ ਟੁੱਟਦੇ ਨਹੀਂ ਹੁੰਦੇ, ਪਰ ਬਾਹਰਲੇ ਰਿਸ਼ਤੇ ਫਿਰ ਫੀਕੇ ਨਜ਼ਰ ਆਉਂਦੇ ਨੇ ਇਸ ਰਿਸ਼ਤੇ ਦੇ ਸਾਹਮਣੇ। ਇਸ ਵਾਸਤੇ ਮੰਗਣ ਵਿੱਚ, ਚੁੱਪ ਰਹਿਣ ਵਿੱਚ ਤੇ ਆਖਣ ਵਿੱਚ ਜ਼ੋਰ ਨਹੀਂ ਹੈ ਇਸਦਾ। ਮੈਂ ਜੇ ਬੋਲ ਰਿਹਾ ਹੁਣ ਇੱਥੇ ਜਪਜੀ ਦੇ, ਮੈਂ ਕੋਸ਼ਿਸ਼, I was dreading about this podi since yesterday, 2 days ago, because it's difficult to explain, you know, abstract ਹੈ ਬੜਾ thought process ਇਹਦਾ, you know। ਤੇ ਮੈਂ ਫਿਰ ਅਰਦਾਸ ਇਹ ਕੀਤੀ ਕਿ ਇਹ ਦਾਤਾ ਜੋ ਤੁਸੀਂ ਹੁਣ ਬੁਲਵਾਓਗੇ ਫਿਰ ਮੈਂ ਹੀ ਬੋਲਾਂਗਾ, ਫਿਰ ਇਹ ਤੁਹਾਡੀ ਮਰਜ਼ੀ ਹੈ, ਹੁਣ ਜੋ ਬੁਲਵਾ ਲਓ ਮੇਰੇ ਤੋਂ, ਜੋ ਬੁਲਵਾਣਾ ਹੈ। ਤੁਸੀਂ 10 ਟੀਕੇ ਪੜ੍ਹ ਸਕਦੇ ਹੋ, ਉਹ ਕਰ ਸਕਦੇ ਹੋ ਤੁਸੀਂ, ਉਹ ਅਲੱਗ ਅਵਸਥਾ ਹੈ। ਤੇ ਕਿਸੇ ਹੋਰ ਨੂੰ ਇਸ ਮਹਾਨ ਪੌੜੀ ਦਾ ਗਿਆਨ ਦੇ ਕੇ ਧਰਮਖੰਡ ਦੇ ਦਰਵਾਜ਼ੇ ਅੱਗੇ ਖੜਾ ਕਰ ਦੇਣਾ, ਉਹ ਅਲੱਗ ਗੱਲ ਹੈ। That's a whole different thing। ਤੇ ਜੇ ਜ਼ੋਰ ਚੁੱਪੇ ਰਹਿਣ ਵਿੱਚ ਤੁਹਾਡੀ ਹੱਠ ਨਹੀਂ,
ਤੇ ਵੀਰ ਜੀ ਹੁਣ ਦੂਸਰੀ ਕੜੀ ਵੀ ਜੋੜ ਦਿਓ, ਆਖਣ ਵਿੱਚ ਕਿਉਂ ਫਿਰ ਆਖਣ ਵਿੱਚ ਹਟ ਕਿਉਂ ਨਹੀਂ ਵੀਰ ਜੀ? ਇੱਥੇ ਹਟ ਦਾ ਕੀ ਕੰਮ? Akhna, how he's you're trying to describe Yatsi Paramatma, the description with any of it, that you are not able to, you don't have that ability to do so. Why Jad is that? ਤੁਸੀਂ Why is that? Why don't you have the, who gives the ability and why don't you have the ability? First of all, he is kathana kathina aveto. You are not able, you don't have that power. But whatever powers you have to describe him in whatever sense that knowledge has been given to you, gave ko taan hove kisse taan, ਉਹ ਤਾਣ ਵੀ ਤੁਹਾਨੂੰ ਉਸੇ ਦਾ ਦਿੱਤਾ। Thank you. Thank you. So ਬੋਲਣ ਵਿੱਚ ਹੱਠ ਇਸ ਵਾਸਤੇ ਨਹੀਂ ਹੈ ਕਿਉਂਕਿ ਬੋਲ ਤੇ ਵੈਸੇ ਵੀ ਉਹ ਆਪ ਹੀ ਰਿਹਾ ਹੈ, ਜੋ ਜਿਨ੍ਹਾਂ ਚ ਬੋਲਦਾ ਪਿਆ ਉਹ ਬੈਠ ਕੇ ਨੌਲੇਜ ਵੀ ਉਹੀ ਦਿੰਦਾ ਹੈ, ਪ੍ਰੇਰਣਾ ਵੀ ਉਹੀ ਕਰਦਾ ਹੈ, ਜਿਗਿਆਸੂ ਨੂੰ ਪ੍ਰੇਰਣਾ ਦੇਣ ਵਾਲਾ ਉਹ ਹੈ। ਤੇ ਜੇ ਕਿਉਂਕਿ ਇੱਥੇ ਪੂਰੀ ਜਪਜੀ ਵਿੱਚ ਕੀ ਗੁਰੂ ਨਾਨਕ ਦੇਵ ਮਹਾਰਾਜ ਜਿਗਿਆਸੂ ਨੂੰ ਕੀ ਦੇ ਰਹੇ ਹਨ? ਜਿਗਿਆਸੂ ਨੂੰ ਸਭ ਤੋਂ ਵੱਡਾ ਦਾਨ ਕਿਹੜਾ ਦਿੰਦੇ ਪਏ ਹਨ? ਸਭ ਤੋਂ ਵੱਡਾ ਦਾਨ ਕਿਹੜਾ ਮੰਨਿਆ ਗਿਆ ਗੁਰਬਾਣੀ ਵਿੱਚ? ਸਭ ਤੋਂ ਵੱਡਾ ਦਾਨ ਨਾਮਦਾਨ। ਨਾਮਦਾਨ। ਤੇ ਅਰਦਾਸ ਵਿੱਚ ਬੜੇ ਦਾਨ ਗਿਣਾਏ ਨਾ, ਭਰੋਸਾ ਦਾਨ, ਵਿਸਾ ਦਾਨ, ਖਿਮਾ ਦਾਨ, ਬੜੇ ਦਾਨ ਹਨ, ਪਰ ਲਾਸਟ ਲਾਈਨਾਂ ਅਲੱਗ ਹਨ। ਦਾਨਾ ਸਿਰ ਦਾਨ ਹੈ, ਦਾਨਾ ਸਿਰ ਦਾਨ, ਨਾਮਦਾਨ, ਸ੍ਰੀ ਅੰਮ੍ਰਿਤ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਤੇ ਨਾਮਦਾਨ ਦਾ ਇੱਕ ਦੂਸਰਾ ਰੂਪ ਹੈ। ਨਾਮ ਦੇ ਦਾਨ ਦੇ ਗੁਰਬਾਣੀ ਵਿੱਚ ਇੱਕ ਹੋਰ ਵਰਡ ਆਇਆ ਹੈ, ਨਾਮਦਾਨ ਵਰਡ ਘੱਟ ਆਇਆ ਹੈ, ਜਿਹੜਾ ਸੈਕੰਡ ਵਰਜ਼ਨ ਆਇਆ ਨਾਮਦਾਨ ਦਾ ਉਹ ਬਹੁਤ ਵਰਡ ਆਇਆ ਹੈ। What is the other word in Gurbani that has been used for Namdan? ਜੇ ਕਿਸੇ ਨੂੰ ਪ੍ਰਮਾਤਮਾ ਤੱਕ ਪਹੁੰਚਣ ਦਾ, I would like to have people who are physically sitting in the Gurbani class to participate ਜ਼ਿਆਦਾ, ਕਿ ਕਿਸੇ ਨੂੰ ਪ੍ਰਮਾਤਮਾ ਦੇ ਦਰ ਨਾਲ ਜੋੜ ਦੇਣਾ ਜਾਂ ਕੀਰਤਨ ਸਿਖਾ ਦੇਣਾ, ਕਿ ਕਿਸੇ ਨੂੰ ਜਪਜੀ ਬਾਰੇ ਨੌਲੇਜ ਦੇ ਦੇਣਾ, ਕਿਸੇ ਨੂੰ ਧਰਮ ਖੰਡ ਤੱਕ ਹੱਥ ਪਕੜ ਕੇ ਪਹੁੰਚਾ ਦੇਣਾ, ਇਹ ਕਿਹੜਾ ਦਾਨ ਹੈ? ਗੁਰਬਾਣੀ ਵਿੱਚ ਇਸ ਦਾਨ ਨੂੰ ਕੀ ਕਿਹਾ ਗਿਆ ਹੈ? ਕਿਸ ਤਰ੍ਹਾਂ ਦਾ ਦਾਨ ਹੈ? ਭਾਈ ਸਾਹਿਬ ਭਾਈ ਵੀਰ ਸਿੰਘ, ਹਾਂਜੀ, who said that? I didn't, can you say it louder? ਜੀ ਦਾਨ, very good. ਇਹ ਜੀ ਦਾਨ ਹੈ। ਤੇ ਜੀ ਦਾਨ ਤੁਸੀਂ ਦੇਣ ਆਏ ਹੋ ਕਿਸੇ ਨੂੰ, ਇਹ ਜੀ ਦਾਨ ਦਿੰਦੇ ਪਏ ਨਾ ਗੁਰੂ ਨਾਨਕ। ਪੂਰੀ ਜਪਜੀ ਦਾ ਹੈ ਹੀ ਹੈ ਕਿ ਜੀ ਦਾਨ ਦੇਣਾ ਹੈ ਕਿਸੇ ਨੂੰ। ਕਿਸੇ ਨੂੰ ਚੁੱਕਣਾ ਹੈ ਅਸੀਂ ਪਹਿਲੀ ਪੌੜੀ ਤੋਂ, ਜਿਹੜਾ ਪਹਿਲੀ ਪੌੜੀ ਵਾਲਾ ਹਾਲੇ ਰਜ਼ਾ ਵਿੱਚ ਚੱਲਦਾ ਹੀ ਨਹੀਂ ਹੈ, ਉਸ ਨੂੰ ਪਕੜਨਾ ਹੈ ਅਸੀਂ। ਇਹ ਜਿਗਿਆਸੂ ਦੀ ਜਰਨੀ ਉੱਥੋਂ ਸ਼ੁਰੂ ਹੋਈ ਹੈ। ਜਿਸ ਨੂੰ ਹਾਲੇ ਪਤਾ ਵੀ ਨਹੀਂ ਸੀ ਕਿ ਰਜ਼ਾ ਵਿੱਚ ਕਿੰਝ ਟੁੱਟਣਾ ਹੈ, ਉਸ ਦਾ ਹੱਥ ਪਕੜ ਕੇ ਹੁਣ ਧਰਮਖੰਡ ਦੇ ਦਰਵਾਜ਼ੇ ਤੇ ਖੜੇ ਕਰ ਦਿੱਤਾ ਨੇ। ਇਹ ਜੀ ਦਾਨ ਹੈ। ਇਹ ਜੀ ਦਾਨ ਦਿੰਦਾ ਕੌਣ ਹੈ? ਪ੍ਰਮਾਤਮਾ ਦੇ ਭੇਜੇ ਹੋਏ ਖਾਸ ਬੰਦੇ ਦਿੰਦੇ ਹੈ ਜੀ ਦਾਨ, ਸਾਰੇ ਨਹੀਂ ਦੇ ਸਕਦੇ। ਕਈ ਜਿਗਿਆਸੂ ਦਿੰਦੇ ਹਨ ਜੀ ਦਾਨ। ਤੇ ਜੀ ਦਾਨ ਅਗਰ ਕਿਸੇ ਨੂੰ ਦੇਣਾ ਹੋਵੇ ਤੇ ਉਹਦੀ ਪ੍ਰੇਰਣਾ ਤੁਹਾਡੇ ਤੋਂ ਥੋੜਾ ਨਾ ਆਏਗੀ। ਉਹਦੀ ਪ੍ਰੇਰਣਾ ਤੇ ਉੱਥੋਂ ਹੀ ਆਏਗੀ ਜਿਸਨੇ ਜੀ ਦਾਨ ਦਵਾਣਾ ਹੈ ਤੁਹਾਡੇ ਕੋਲ। ਇਸ ਵਾਸਤੇ ਆਖਣ ਵਾਲੇ ਵਿੱਚ ਜੇ ਸਹਿਜ ਅਵਸਥਾ ਨਾ ਹੋਵੇ, ਆਖਣ ਵਾਲੇ ਵਿੱਚ ਜੇ ਆਪ ਉਹ ਅਵਸਥਾ ਨਾ ਪ੍ਰਾਪਤ ਕੀਤੀ ਹੋਵੇ ਤੇ ਜੀ ਦਾਨ ਕਿੱਥੋਂ ਦੇਗਾ? ਕਿੱਥੋਂ ਦੇ ਸਕਦਾ ਜੀ ਦਾਨ? ਜੰਮਿਆ ਨਹੀਂ ਜੀ ਦਾਨ ਦੇਣ ਵਾਲਾ। ਹਾਂ, ਕਥਾ ਕਰ ਸਕਦਾ ਜਪਜੀ ਦੀ, ਉਹ ਕਰ ਸਕਦਾ, ਉਹ ਕਥਾਵਾਚਕ ਬਣ ਸਕਦਾ। ਹਜ਼ਾਰਾਂ ਕਥਾ ਕਰ ਲੋਗੇ ਗੁਰਦੁਆਰੇ ਜਾਂਦੇ, ਪਰ ਜੀ ਦਾਨ ਕਿਸੇ ਨੂੰ ਨਹੀਂ ਮਿਲਣਾ। ਉਹ ਅਲੱਗ ਅਵਸਥਾ ਹੈ। ਮੈਂ ਕੀਰਤਨ ਸਿੱਖ ਸਕਦਾ, ਸਾਰੇ ਰਾਗ 31 ਰਾਗ 35 ਰਾਗ ਸਿੱਖ ਲਵਾਂ, 40 ਤਾਲਾਂ ਸਿੱਖ ਲਵਾਂ ਔਰ ਫਸਟ ਕਲਾਸ ਕੀਰਤਨ ਕਰਦਾ ਹੋਵਾਂ, ਮੈਂ ਪ੍ਰੋਫੈਸ਼ਨਲ ਬਣ ਜਾਵਾਂ। ਹਰ ਗੁਰਦੁਆਰੇ ਵਾਲੇ ਮੈਨੂੰ ਪੈਸੇ ਦੇ ਕੇ ਬੁਲਾਣ, that does not mean ਕਿ you have the ability to give ਜੀਦਾਨ to somebody। ਇਹ ਅਵਸਥਾ ਬਿਲਕੁਲ ਅਲੱਗ ਹੈ। ਗੁਰਬਾਣੀ ਦੀ ਕਥਾ ਗੁਰਦੁਆਰੇ ਵਿੱਚ ਕਰ ਲੈਣੀ ਉਹ ਅਲੱਗ ਗੱਲ ਹੈ। ਜੀ ਦਾਨ ਨਹੀਂ ਦਿੱਤਾ ਤੁਸੀਂ ਉਸਨੂੰ, ਜੀ ਦਾਨ ਦੇਣ ਵਾਲੇ ਨਹੀਂ ਹੋ। ਜੀ ਦਾਨ ਦੇਣ ਵਾਲਾ ਜਿਗਿਆਸੂ ਉਹ ਇੱਕ ਅਲੱਗ ਲੈਵਲ ਤੇ ਪਹੁੰਚਦਾ। ਇਹੋ ਜਿਹੀ ਉਹਦੇ ਵਰਡ ਵਿੱਚ ਤਾਕਤ ਹੁੰਦੀ ਹੈ ਕਿ ਉਹਦੇ ਵਰਡ ਸੁਣਨ ਨਾਲ ਪ੍ਰਮਾਤਮਾ ਦਾ ਪ੍ਰੇਮ ਅੰਦਰੋਂ ਉਪਜ ਪੈਦਾ ਜਿਹਦੇ ਅੰਦਰ। ਉਹ ਜੀ ਦਾਨ ਦੇਣ ਵਾਲਾ ਜਿਗਿਆਸੂ ਹੈ। ਉਹ ਬਹੁਤ ਘੱਟ ਹੈ ਰੋਜ਼ ਦੁਨੀਆ 'ਚ। ਉਹਨਾਂ ਦੇ ਕੀਰਤਨ ਕਰਨ ਵਿੱਚ, ਉਹਨਾਂ ਦੇ ਬੋਲਣ ਵਿੱਚ,
ਉਹਨਾਂ ਦੇ ਹਰ ਚੀਜ਼ ਕਰਨ ਵਿੱਚ ਪਿਆਰ ਉਪਜੇਗਾ, ਉਹਨਾਂ ਦੇ ਹਰ ਵਿੱਚ ਕਰਨ ਵਿੱਚ ਸਹਿਜ ਅਵਸਥਾ ਉਪਜੇਗੀ ਉਹਨਾਂ ਦੀ। ਸੋ ਬੋਲਣ ਵਿੱਚ ਇਸ ਵਾਸਤੇ ਇੱਥੇ ਵਰਡ ਆਖਣ ਆਇਆ, ਵਰਡ ਆਖਣ ਜੋੜ। ਤੇਰੇ ਆਖਣ ਨਾਲ ਜਾਂ ਤੇਰੇ ਕਹਿਣ ਨਾਲ ਤੂੰ ਕਿਸੇ ਨੂੰ ਜੀਦਾਨ ਨਹੀਂ ਦੇ ਸਕਦਾ। ਹੱਥ ਨਾਲ ਜੀਦਾਨ ਦਿੱਤਾ ਨਹੀਂ ਜਾ ਸਕਦਾ, ਜ਼ੋਰ ਨਾਲ ਜੀਦਾਨ ਕਿਸੇ ਨੂੰ ਦਿੱਤਾ ਨਹੀਂ। ਉਸੇ ਤਰ੍ਹਾਂ ਚੁੱਪ ਰਹਿ ਕੇ ਵੀ ਜੀਦਾਨ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ। ਚੁੱਪ ਰਹਿ ਕੇ ਵੀ ਜੀਦਾਨ ਦੇਣਾ ਇੰਪੋਸੀਬਲ। ਸੋ ਇੱਥੇ ਮੈਂ ਕਲੈਰਿਟੀ ਕਰ ਦਿਆ ਦੋਨਾਂ ਗੱਲਾਂ ਦੀ ਹੈ। ਜੇ ਤੁਸੀਂ ਕਹੇ ਕਿ ਜੇ ਮੈਂ ਆਪੇ ਕਥਾ ਕਰ ਸਕਦਾ, ਕਿਸੇ ਦੀ ਲੋੜ ਨਹੀਂ ਮੈਨੂੰ, ਮੈਂ ਕਿਤਾਬਾਂ ਬੜੀਆਂ ਪੜ੍ਹੀਆਂ ਨਾ, ਉਹ ਕਰ ਸਕਦੇ ਹੋ ਤੁਸੀਂ, ਨੋ ਕੁਐਸਚਨ। ਮੈਂ ਕੀਰਤਨ ਕਰ ਸਕਦਾ, ਮੈਂ ਭਗਤੀ ਨਹੀਂ ਕਰਦਾ, ਮੈਂ ਰੱਬ ਨੂੰ ਪਿਆਰ ਨਹੀਂ ਕਰਦਾ, ਮੈਂ ਕੀਰਤਨ ਫਸਟ ਕਲਾਸ ਕਰ ਲੈਂਦਾ, ਉਹ ਕਰ ਸਕਦੇ ਹੋ। ਮੈਨੂੰ ਸਾਰੇ ਰਾਗ ਆਉਂਦੇ ਹਨ, ਬਿਲਕੁਲ ਆਉਂਦੇ ਹਨ ਸਾਰੇ। ਜੀ ਦਾਨ ਦੇ ਸਕਦੇ ਹੋ ਕਿਸੇ ਨੂੰ? ਨਹੀਂ ਦੇ ਸਕਦੇ। ਆਪ ਮਿਲਿਆ? ਨਹੀਂ। ਸਹਿਜ ਅਵਸਥਾ ਪ੍ਰਾਪਤ ਹੋਈ ਹੈ? ਨਹੀਂ। ਜਪਜੀ ਦੀਆਂ ਪੌੜੀਆਂ ਤੇ ਪੂਰੇ ਉਤਰੇ ਹੋ? ਮੋਸਟ ਪ੍ਰੋਬਬਲੀ ਨਾਟ। ਪਰ ਇਹ ਜਿਗਿਆਸੂ ਤੇ ਖੜਾ ਹੋਇਆ ਨਾ ਨੰਬਰ 33 ਤੇ, ਇਹ ਜਿਗਿਆਸੂ ਦੀ ਅਵਸਥਾ ਅਲੱਗ ਹੈ। ਇਸ ਵਾਸਤੇ ਆਖਣ ਜੋਰ ਤੇ ਚੁੱਪੇ ਨਾ ਜੋਰ, ਤੇ ਜੋਰ ਨਾ ਮੰਗਣ, ਦੇਣ ਨਾ ਜੋਰ। ਤੇ ਮੰਗਣ ਵਾਲਾ ਵੀ ਜੇ ਕੋਈ ਚੀਜ਼ ਮੰਗ ਲਵੇ ਕਿਸੇ ਤੋਂ, ਮੰਗਣ ਵਿੱਚ ਵੀ ਜੇ ਹੱਟ ਹੋਏ ਕਿਸੇ ਦਾ, ਕਵੇ ਕਿ ਮੇਰੇ ਜੋਰ ਨਾਲ ਮੈਂ ਕੁਝ ਮੰਗ ਸਕਦਾ ਕਿਸੇ ਕੋਲ, ਉਹ ਫਿਰ ਕੋਈ ਹੋਰ ਚੀਜ਼ ਹੀ ਮੰਗੇਗਾ। ਜੇ ਮੰਗੀਆਂ ਹੋਈਆਂ ਚੀਜ਼ਾਂ, ਸਪੈਸ਼ਲੀ ਜੀ ਦਾਨ ਵਾਲਾ ਜਿਗਿਆਸੂ ਮੰਗਣ ਵਾਲਾ, ਆਪਣੇ ਹੱਥ ਨਾਲ ਨਹੀਂ ਮੰਗ ਸਕਦੇ ਤੁਸੀਂ, ਆਪਣੀ ਜ਼ੋਰ ਜ਼ਬਰਦਸਤੀ ਨਹੀਂ ਕਰਦੇ। ਇਹ ਆਪਣੇ ਇਹੋ ਜਿਹਾ ਦਾਨ ਨਹੀਂ ਹੈ। ਆਸਾ ਦੀ ਵਾਰ ਦੀ ਉਹ ਪੌੜੀ ਬਹੁਤ ਕ੍ਰਿਟੀਕਲ ਹੈ ਕਿ ਇੱਕ ਨੇਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾਕਰ ਮਾਤ। ਅਗਲੇ ਵਰਡ ਦੇਖੋ, ਸਾਹਿਬ ਤੁਠੇ ਸਹਿ ਮਿਲੇ। ਇਹ ਸਾਹਿਬ ਤੁਠਣ ਨਾਲ ਮਿਲਦੀ ਹੈ ਦਾਤ ਹੈ, ਜ਼ੋਰ ਨਾਲ ਨਹੀਂ ਮਿਲ ਸਕਦੀ ਦਾਤ ਹੈ। ਇੱਕ ਨੇਹੀ ਦਾਤ ਆਪਸ ਤੇ ਜੋ ਪਾਈ ਹੈ, ਇਹੋ ਜੀ ਦਾਤ ਨਹੀਂ ਹੈ ਜਿਹੜੀ ਖੁਦ ਬ ਖੁਦ ਤੁਹਾਨੂੰ ਮਿਲਣੀ ਸ਼ੁਰੂ ਹੋ ਜਾਵੇ। ਇਹ ਜ਼ੋਰ ਤੁਹਾਡੇ ਚ ਨਹੀਂ ਹੈ ਮੰਗਣ ਦਾ। ਹੱਠ ਵਾਲੇ ਨਹੀਂ ਕਰ ਸਕਦੇ। ਹਾਂ, ਹੱਠ ਵਾਲੇ ਪ੍ਰੀਟੈਂਡ ਕਰ ਸਕਦੇ, ਜਿਨ੍ਹਾਂ ਚ ਪਿਆਰ ਨਹੀਂ ਹੈ, ਉਹ ਵੀ ਕਈ ਵਾਰੀ ਭਗਤ ਬਣ ਕੇ ਆ ਜਾਂਦੇ ਨੇ। ਤੇ ਕੀਟਾ ਆਈ ਰੀਸ ਤੇ ਆਏ ਵਰਡ ਬੜੀ ਵਾਰੀ, ਕੀਟਾ ਆਈ ਰੀਸ ਬੜੀ ਵਾਰੀ ਆਏ। ਕੀਟੂ ਡਾਰੀ ਅਲੱਗ ਹੈ ਤੇ ਹੰਸੋ ਡਾਰੀ ਅਲੱਗ ਹੈ। ਜ਼ੋਰ ਜ਼ਬਰਦਸਤੀ ਉੱਤੇ ਉਹ ਪ੍ਰੀਟੈਂਸ਼ੀਅਸ ਬੰਦਿਆਂ ਦੀ ਗੱਲ ਨਹੀਂ ਹੋ ਰਹੀ ਇੱਥੇ। ਤੇ ਨਾ ਮੰਗਣ ਵਿੱਚ ਤੇ ਦੇਣ ਵਿੱਚ ਤੇ ਬਿਲਕੁਲ ਹੀ ਜ਼ੋਰ ਨਹੀਂ ਹੈ। ਮੰਗਣ ਤੇ ਪਤਾ ਨਹੀਂ ਸ਼ਾਇਦ ਹੋਵੇ ਕਿਸੇ ਦਾ, ਦੇਣ ਵਿੱਚ ਕਿੱਥੋਂ ਜ਼ੋਰ ਹੋਏਗਾ? ਤੁਸੀਂ ਕਿਸੇ ਨੂੰ ਜੀ ਦਾਨ ਦੇਣਾ ਹੈ, ਇਹ ਤੁਹਾਡਾ ਲੈਟਸ ਸੇ ਪਹਿਲੇ ਗੱਲ ਤੇ 95% ਬੰਦਿਆਂ ਦੀ ਗੋਲ ਜੀਵਨ ਦਾ ਹੈ ਹੀ ਨਹੀਂ ਹੈ ਕਿ ਮੈਂ ਵੱਡਾ ਹੋ ਕੇ ਕਿਸੇ ਨੂੰ ਜੀ ਦਾਨ ਦਿਆਂ। ਵੱਡਾ ਹੋ ਕੇ ਮੇਰਾ ਗੋਲ ਇੱਕੋ ਹੀ ਹੋਵੇ ਕਿ ਮੈਂ ਕਿਸੇ ਨੂੰ ਜਪਜੀ ਨਾਲ ਜੋੜ ਦਿਆਂ। ਕਿਸੇ ਨੂੰ ਵੱਡਾ ਹੋ ਕੇ ਮੇਰਾ ਇਹ ਗੋਲ ਹੋਵੇ ਕਿ ਮੈਂ ਜਪਜੀ ਦੀਆਂ ਇੱਕ ਇੱਕ ਪੌੜੀ ਨਾਲ ਇਹਨੂੰ ਵਾਕਿਫ ਕਰਾ ਦਿਆਂ ਤੇ ਹੋਪ ਕਰਾਂ ਕਿ ਜਪਜੀ ਦਾ ਪਿਆਰ ਦੇ ਨਾਲ ਵੱਧ ਜਾਏ ਬੜਾ। ਇਹ ਦਾਨ ਦੇਣ ਵਾਲੇ ਬਹੁਤ ਘੱਟ ਨੇ। ਬਹੁਤ ਦੁਨੀਆ 'ਚ ਵਿਰਲੇ ਆਉਂਦੇ ਨੇ ਉਹ 'ਚ, ਵਿਰਲੇ ਜਿਨ੍ਹਾਂ ਦੇ ਅੰਦਰ ਇੱਕ ਖਬਤਾ ਜਾਂ ਇਹ ਸ਼ੌਕ ਪੈਦਾ ਹੁੰਦਾ ਜਿਨ੍ਹਾਂ 'ਚ ਕਿ ਮੈਂ ਨਾਨਕ ਦੇ ਰਸਤੇ ਵਿੱਚ ਚੱਲ ਕੇ ਦੂਸਰਿਆਂ ਦਾ ਹੱਥ ਪਕੜ ਕੇ ਉੱਥੇ ਪਹੁੰਚਾਵਾਂ। ਇਹ ਦੇਣ ਵਾਲੇ ਬਹੁਤ ਘੱਟ ਹਨ, ਇਹ ਮੰਗਣ ਵਾਲੇ ਬਹੁਤ ਘੱਟ ਹਨ ਤੇ ਦੇਣ ਵਾਲੇ ਵੀ ਘੱਟ ਹਨ। ਹਾਂ, ਇੱਥੇ ਦੇਣਾ ਉਹ ਤੇ ਜੀ ਦਾਨ ਦੇ ਤੇ ਬੜੀ ਵੱਡੀ ਗੱਲ ਹੈ। ਉਹ ਤੇ ਸਹਿਜ ਅਵਸਥਾ ਤੋਂ ਬਗੈਰ ਤੁਸੀਂ ਕੋਈ ਦੇ ਹੀ ਨਹੀਂ ਸਕਦੇ ਕਿਸੇ ਨੂੰ ਕੁਝ। ਪਰ ਮੈਂ ਕਹਿੰਦਾ ਆਮ ਚੀਜ਼ ਬੰਦਾ ਨਹੀਂ ਦੇ ਸਕਦਾ, ਪੈਸੇ ਵੀ ਨਹੀਂ ਦੇ ਸਕਦੇ, ਦਾਨ ਨਹੀਂ ਕਰ ਸਕਦੇ ਤੁਸੀਂ। ਔਰ ਜੋ ਦਾਨ ਦਿੱਤਾ ਵੀ ਹੈ ਆਪਣੀ ਮਨ ਮਰਜ਼ੀ ਨਾਲ, ਉਹ ਆਪਣੇ ਹੱਥੀ ਦਾਨ ਦਿੱਤਾ ਹੋਇਆ, ਹੱਥ ਨਾਲ ਦਾਨ ਦਿੱਤਾ ਹੋਇਆ, ਉਹ ਪ੍ਰਵਾਨ ਵੀ ਨਹੀਂ ਅੱਗੇ। ਹੱਥੀ ਕੀਤਾ ਹੋਇਆ ਕੰਮ ਪ੍ਰਵਾਨ ਨਹੀਂ ਹੈ। So for example, I'm sitting in a meeting and somebody tells me ਤੁਸੀਂ ਪੈਸੇ ਦੇ ਦਿਓ, ਦੇਣੇ, ਮੇਰੇ ਮਨ ਚ ਆਏ ਯਾਰ ਦੇਣੇ ਦਾ ਮਨ ਤੇ ਨਹੀਂ ਕਰ ਰਿਹਾ ਮੇਰਾ, but I guess I don't have a choice here, otherwise it looks really bad, ਕਿਸੇ ਨੂੰ ਪੜ੍ਹਾਉਣ ਦਾ ਮਨ ਤੇ ਨਹੀਂ ਕਰ ਰਿਹਾ ਕਿਸੇ ਗਰੀਬ ਨੂੰ, ਬਟ ਜੇ ਹੁਣ ਨਾ ਦਿੱਤੇ ਤੇ ਮਾੜਾ ਕੰਮ ਹੋਏਗਾ ਬੜਾ ਇੱਥੇ। ਉਹ ਹੱਠ ਹੈ, ਉਹ ਆਪਣੇ ਹਉਮੈ ਦੇ ਬਲ ਤੇ ਕੀਤਾ ਹੋਇਆ ਦਾਨ ਹੈ। ਉਸ ਦਾਨ, ਉਹ ਦਾਨ, ਇਸ ਦਾਨ ਦੀ ਗੱਲ ਨਹੀਂ ਹੋ ਰਹੀ ਇੱਥੇ। ਪਰ ਇਸ ਜਿਗਿਆਸੂ ਨੇ ਤੇ ਜੀ ਦਾਨ ਦੇਣਾ, ਇਸ ਜਿਗਿਆਸੂ ਨੂੰ ਤੇ ਬੜੀਆਂ ਉੱਚੀਆਂ ਅਵਸਥਾ ਪ੍ਰਾਪਤ ਕਰਨੀ ਹੈ। ਇਹ ਕਿੱਥੋਂ ਕਰੇਗਾ ਆਪਣੇ ਜ਼ੋਰ ਨਾਲ? ਇਹ ਹੱਥ ਨਾਲ ਕਿਸ ਤਰ੍ਹਾਂ ਕਰ ਸਕਦਾ? ਪਹਿਲੇ ਗੱਲ ਤੇ ਕਰਨ ਵਾਲੇ ਆਏ ਬੜੇ ਘੱਟ ਨੇ। I'm going to stop here for a second on the first two lines and see if any
Is everybody getting the concepts here? Any questions that you have or anything that I can help with more? ਜੀ ਜ਼ੋਰ ਨੂੰ ਔਂਕੜ ਲੱਗੀ ਹੋਈ ਇੱਕ ਵਾਰੀ ਫਿਰ ਸਮਝਾ ਦਿਓ ਜ਼ਰਾ। ਇਹ ਜ਼ੋਰ ਕਿਹੜੇ ਜ਼ੋਰ ਬਾਰੇ ਗੱਲ ਹੁੰਦੀ ਪਈ ਹੈ ਵੀਰ ਜੀ? ਹਰ ਜ਼ੋਰ ਬਾਰੇ ਗੱਲ ਨਹੀਂ ਹੋ ਰਹੀ ਨਾ ਇੱਥੇ, ਸਿੰਗਲਰ ਜ਼ੋਰ ਬਾਰੇ ਇੱਕ ਜ਼ੋਰ ਵਾਸਤੇ ਇੱਕ ਜ਼ੋਰ ਬਾਰੇ ਗੱਲ ਹੋਈ, ਹਰ ਜ਼ੋਰ ਬਾਰੇ ਗੱਲ ਨਹੀਂ ਹੋਈ। ਇਸ ਵਾਸਤੇ ਹਰ ਜ਼ੋਰ ਨੂੰ ਔਕੜ ਲੱਗਿਆ ਹੋਇਆ ਹੈ, ਕਿਉਂਕਿ ਇਹ ਜ਼ੋਰ ਹਟੇਗਾ ਤੇ ਕਿੱਥੇ ਪਹੁੰਚੋਗੇ? ਹੁਣ ਖੜਾ ਨਾ ਦਰ ਅੱਗੇ, ਅਗਲਾ ਦਰ ਜਿਹੜਾ ਹੈ ਉਹ ਧਰਮਖੰਡੀ ਹੈ, ਉਹ ਧਰਮਖੰਡ ਹੁੰਦਾ ਹੈ, ਪਰ ਉੱਥੇ ਤਿੱਥੇ ਸੋਏ ਪੰਜ ਪ੍ਰਵਾਨ ਹਨ। ਹੁਣ ਉੱਥੇ ਉਹ ਕਿਉਂਕਿ ਉਹ ਪੌੜੀਆਂ ਕ੍ਰਾਸ ਕਰ ਗਏ ਨਾ ਜਿਗਿਆਸੂ, ਇਸ ਵਾਸਤੇ ਇਹ ਜਿਗਿਆਸੂ ਨੂੰ ਹੁਣ ਹਰ ਜ਼ੋਰ ਬਾਰੇ ਫਿਕਰ ਨਹੀਂ ਹੈ ਵੀਰ ਜੀ। ਇਸ ਜਿਗਿਆਸੂ ਨੂੰ ਕੋਈ ਹੁਣ ਦੂਸਰਿਆਂ ਬਾਰੇ ਫਿਕਰ ਨਹੀਂ। ਇਹ ਜਿਗਿਆਸੂ ਦੀ ਅਵਸਥਾ ਅਲੱਗ ਹੈ, ਇਹ ਜਿਗਿਆਸੂ ਹੋਰ ਕੁਝ ਸੋਚਦਾ ਪਿਆ, ਇਸ ਜਿਗਿਆਸੂ ਦੀ ਅਵਸਥਾ ਅਲੱਗ ਹੈ। ਇਸ ਵਾਸਤੇ ਇੱਕ ਸਿੰਗੂਲਰ ਜ਼ੋਰ ਤੇ ਗੱਲ ਆਈ ਹੈ, ਉਸ ਜ਼ੋਰ, ਉਹ ਪ੍ਰਮਾਤਮਾ ਦਾ ਬਲ, ਉਹ ਜ਼ੋਰ, ਸਿੰਗੂਲਰ ਜ਼ੋਰ, ਉਹ ਹੱਠ ਜਿਹੜਾ ਤੁਸੀਂ ਸੋਚਦੇ ਹੋ ਮੇਰਾ ਹੈ, ਤੁਹਾਡਾ ਨਹੀਂ ਹੈ, ਜਿਹੜਾ ਅਲੰਕਾਰੀ ਰੂਪ ਕਰਕੇ ਸਮਝਾਇਆ ਨੇ। ਮੈਂ ਕਹਿੰਦਾ ਕਿਤਨੀ ਪ੍ਰਬੀਲ, ਕਿਤਨੀ ਪਾਵਰਫੁਲ ਪੌੜੀ ਹੈ ਨੰਬਰ 33। ਪਰ ਹੁਣ ਸਵੇਰੇ ਪਾਠ ਕਰਦਿਆਂ ਟਾਈਮ ਤੇ 2 ਮਿੰਟ ਨਹੀਂ ਹੁੰਦੇ ਤਾਂ ਫਟੋਫਟ ਚਲੀ ਜਾਂਦੀ, ਫੋਕਸ ਨਹੀਂ ਕਰ ਪਾਉਂਦੇ, ਔਰ ਇਸੇ ਵਾਸਤੇ ਸਾਡਾ ਉਧਾਰ ਨਹੀਂ ਹੋ ਪਾਉਂਦਾ ਇਹਨੂੰ, ਕਿਉਂਕਿ ਨਹੀਂ ਹੋਣ ਕਾਰਨ ਉਧਾਰ ਨਹੀਂ ਹੋ ਪਾਉਂਦਾ ਸਾਡਾ। ਆਖਣ ਵਿੱਚ ਜ਼ੋਰ ਨਹੀਂ ਹੈ, ਚੁੱਪ ਰਹਿਣ ਵਿੱਚ ਜ਼ੋਰ ਨਹੀਂ ਹੈ, ਮਰਨ ਵਿੱਚ ਜ਼ੋਰ ਨਹੀਂ ਹੈ, ਜੀਵਨ ਵਿੱਚ ਜ਼ੋਰ ਨਹੀਂ ਹੈ, ਤੇ ਦੇਣ ਵਿੱਚ ਵੀ ਜ਼ੋਰ ਨਹੀਂ ਹੈ। ਤੇਰਾ ਜ਼ੋਰ ਨਾਲ ਨਹੀਂ ਚੱਲਦੇ। ਜੇ ਤੂੰ ਜੀ ਦਾਨ ਵਾਲਾ ਕੀਰਤਨ ਕਿਸੇ ਨੂੰ ਸਿਖਾਣਾ ਹੈ, ਅਗਰ ਇਹ ਕੀਰਤਨ ਜਿਹੜਾ ਅੱਗੇ ਜਾ ਕੇ ਜਿਹੜਾ ਸੁਰਾਂ ਤੇ ਤਾਲ ਤੋਂ ਪਰੇ ਕੀਰਤਨ ਹੈ, ਜਿਹੜਾ ਉਹ ਕੀਰਤਨ ਸਿਖਾਉਣ ਵਾਸਤੇ ਜਿਹੜਾ ਸਿਖਾ ਰਿਹਾ ਬੰਦਾ, ਜੇ ਉਹ ਆਪ ਉਸ ਲੈਵਲ ਤੇ ਹੈ, ਤਾਂ ਦੇਖੋਗੇ ਜਿਹੜੇ ਕੀਰਤਨ ਸਿੱਖਦੇ ਪਏ ਹਨ ਉਹਨਾਂ ਵਿੱਚ ਫਿਰ ਵੀ ਗੁਰਬਾਣੀ ਦਾ ਇੰਟਰਸਟ ਥੋੜਾ ਪੈਦਾ ਹੋਏਗਾ, ਥੋੜਾ ਪ੍ਰਮਾਤਮਾ ਦੇ ਰਸਤੇ ਨਾਲ ਇੰਟਰਸਟ ਹੋਏਗਾ। ਤੇ ਜਿਹੜੇ ਕੀਰਤਨ ਸਿਖਾਉਂਦੇ ਨੇ, ਵੈਸੇ ਹੀ ਕਈ ਸਿਖਾਉਂਦੇ ਨੇ ਜਿਹੜੇ ਫਸਟ ਪ੍ਰਾਈਜ਼ ਸਿਖਾਉਣ ਵਾਸਤੇ, ਉਹਨਾਂ ਦਾ ਮੋਟਿਵ ਹੀ ਨਹੀਂ ਹੈ ਉਹ ਕਰਨ। ਉਹਨਾਂ ਦਾ ਮੋਟਿਵ ਨਹੀਂ ਹੈ ਤੁਸੀਂ ਧਰਮਖੰਡ ਚ ਪਹੁੰਚੋ, ਉਹਦਾ ਮੋਟਿਵ ਅਲੱਗ ਹੈ ਉਹਨਾਂ ਦਾ, ਉਹ ਹੋਰ ਹੀ ਕੀਰਤਨ ਹੈ, ਕੋਈ ਹੋਰ ਉਹ ਕਰਦੇ ਨੇ ਕੀਰਤਨ, ਆਂਦਾ ਸਭ ਕੁਝ, ਉਹਨਾਂ ਦਾ ਕੱਖ ਨਹੀਂ ਹੋਣਾ ਉਹਨਾਂ ਦਾ। ਉਸਾਂ ਹੀ ਜਿਸ ਆਸਾ ਦੀ ਵਾਰ ਲਿਖਿਆ ਹੈ, ਜੋ ਰਾਗੀ ਨਾਦੀ ਭਾਵੇ ਜੋ ਭਾਤ ਕਰ, ਨਹੀਂ ਹਰ ਹਰ ਪੀਜੇ ਰਾਮ ਰਾਜੇ, ਉਹਦੇ ਨਾਲ ਕੋਈ ਇਸ਼ੂ ਨਹੀਂ ਹੈ ਕੋਈ ਉੱਤੇ। ਤੇ ਜ਼ੋਰ ਨਾਲ ਰਾਜ, ਇਹ ਵੀ ਥੈਂਕ ਗॉड ਇਹ ਵੀ ਨਾਲ ਗੱਲ ਲਿਖ ਦਿੱਤੀ ਨੇ ਕਿ ਮਟੀਰੀਅਲ ਚੀਜ਼ਾਂ ਦੀ ਵੀ ਗੱਲ ਆ ਗਈ ਵੀ। ਤੇ ਜ਼ੋਰ ਨਾਲ ਰਾਜ, ਮਾਲ ਮਨ ਸੋ ਰਾਜ, ਤੇ ਮਾਲ ਮਟੀਰੀਅਲ ਥਿੰਗਸ ਇਨ ਲਾਈਫ, ਉਹ ਵੀ ਇਕੱਠੇ ਕਰਨ ਵਿੱਚ ਤੇਰਾ ਜ਼ੋਰ ਨਹੀਂ, ਤੇਰਾ ਜ਼ੋਰ ਨਹੀਂ ਹੈ ਉਹਦੇ ਵਿੱਚ। ਇਹ ਨਾ ਸੋਚੀ ਕਿ ਮੈਂ ਆਪਣੀ ਬਲਬੂਤੇ ਤੇ ਸਾਰਾ ਕੁਝ ਖੜਾ ਕੀਤਾ ਹੈ, ਮੈਂ ਸਾਰਾ ਇਹ ਰਾਜ ਭਾਗ, ਇਹ ਮਾਲ ਧਨ ਜਿਹੜੇ ਮੈਂ ਬਣਾਏ ਹਨ ਵੱਡੇ ਵੱਡੇ, ਇਹ ਮੇਰੇ ਬਲਬੂਤੇ ਤੇ ਜ਼ੋਰ ਨਾਲ ਬੜੇ ਹਨ। ਤੂੰ ਗਲਤ ਫਹਿਮੀ ਚ ਹੈ, ਔਰ ਤੂੰ ਗਲਤ ਫਹਿਮੀ ਚ ਇਸ ਵਾਸਤੇ ਹੈ ਕਿਉਂਕਿ ਇਸ ਰਾਜ ਤੇ ਮਾਲ ਨਾਲ ਤੇਰੇ ਮਨ ਵਿੱਚ ਜਿਹੜਾ ਸ਼ੋਰ ਪੈਦਾ ਹੋਇਆ ਨਾ, ਤੇਰਾ ਇਸ ਰਾਜ ਤੇ ਮਾਲ ਨਾਲ ਤੇਰੇ ਮਨ ਵਿੱਚ ਜਿਹੜੀਆਂ ਟੈਨਸ਼ਨ ਪੈਦਾ ਹੋਈਆਂ, ਜਿਹੜੀ ਤੂੰ ਸਟ੍ਰੈਸ ਲੈ ਕੇ ਆਇਆ ਇਹਦੇ ਨਾਲ, ਇਹ ਜਿਹੜਾ ਸ਼ੋਰ ਤੇਰੇ ਅੰਦਰ ਜਿਹੜਾ ਹੈ, ਇਹ ਸ਼ੋਰ ਤੇਰੇ ਜ਼ੋਰ ਨਾਲ ਨਹੀਂ ਜਾ ਸਕਦਾ। ਇਹ ਤੇਰੇ ਜ਼ੋਰ ਨਹੀਂ, ਇਹ ਸ਼ੋਰ ਮਿਟਾਉਣ ਮਨ ਵਿੱਚ ਸ਼ੋਰ ਜਿਹੜਾ ਤੂੰ ਪੈਦਾ ਕੀਤਾ ਹੈ, ਇਹ ਰਾਜ ਤੇ ਮਾਲ ਦੇ ਇਕੱਠੇ ਕਰਨ ਦਾ ਜ਼ੋਰ ਜਿਹੜੇ ਨਾਲ, ਇਸ ਨੂੰ ਤੂੰ ਹਟਾ ਕੇ ਦਿਖਾ ਆਪਣੇ ਮਨ ਵਿੱਚੋਂ ਸ਼ੋਰ ਚੋਂ, ਆਪਣੇ ਜ਼ੋਰ ਨਾਲ ਹਟਾ ਕੇ ਦਿਖਾ ਦੇ। ਉੱਚ ਕੋਟੀ ਦਾ ਜਿਗਿਆਸੂ ਕਰ ਸਕਦਾ ਹੈ, ਜਿਗਿਆਸੂ ਵੀ ਸਮਰੱਥਾ ਹੈ, ਤੇ ਜਿਗਿਆਸੂ ਵੀ ਸਮਰੱਥਾ ਇਸ ਵਾਸਤੇ ਹੈ ਬਿਕਾਜ਼ ਜਿਗਿਆਸੂ ਚਾਹੁੰਦਾ ਹੈ ਜੀ ਦਾਨ ਦੇਣਾ। ਔਰ ਬੜੇ ਵੱਡੇ ਰਾਜੇ ਵੀ ਕਈ ਵਾਰੀ ਬੜੇ ਪ੍ਰਤਾਪੀ ਤੇ ਬੜੇ ਭਗਤ ਵੀ ਹੋਏ। ਜਨਕ ਦਾ ਆਇਆ ਨਾ, ਭਾਈ ਗੁਰਦਾਸ ਜੀ ਨੇ ਰਾਜੇ ਜਨਕ ਨੂੰ ਗੁਰੂ ਨਾਨਕ ਦੇਵ ਜੀ ਨਾਲ ਕੰਪੇਅਰ ਕੀਤਾ। ਜਨਕ ਵਰਗੀ ਅਵਸਥਾ ਹੈ ਤੇਰੀ। ਮੈਨੂੰ ਲਾਈਨਾਂ ਯਾਦ ਨਹੀਂ ਆ ਰਹੀਆਂ। Somebody remembers, they can pull up the line and tell me, I can't remember the line, I've blacked out on that part right now. ਕਿ ਰਾਜ ਤੇ ਮਾਲ ਵਿੱਚ ਵੀ ਤੇਰਾ ਕੋਈ ਜ਼ੋਰ ਨਹੀਂ, ਤੇਰਾ ਹੱਠ ਨਹੀਂ ਹੈ ਕੋਈ ਉੱਥੇ, ਤੇਰਾ ਜ਼ੋਰ ਨਹੀਂ ਚੱਲਦਾ ਉਹਦੇ ਵਿੱਚ। ਤੇ ਉਸ ਰਾਜ ਤੇ ਮਾਲ ਵਿੱਚੋਂ, ਉਹਦੇ ਮਨ ਵਿੱਚੋਂ ਉਤਪੰਨ ਹੋਇਆ ਸ਼ੋਰ, ਉਤਪੰਨ ਹੋਈ ਟੈਨਸ਼ਨ, ਉਤਪੰਨ ਹੋਈ ਸਟ੍ਰੈਸ,
ਉਤਪੰਨ ਹੋਇਆ ਅੰਦਰ ਦੇ ਵਲਵਲੇ ਨੂੰ ਚੁੱਪ ਕਰਾਉਣ ਦੇ ਵਿੱਚ ਹੀ ਤੇਰਾ ਕੋਈ ਜ਼ੋਰ ਨਹੀਂ। ਹਾਂ, ਜੀ ਦਾਨ ਦੇਣ ਵਾਲਾ ਜਿਗਿਆਸੂ ਚੁੱਪ ਕਰਾ ਸਕਦਾ ਹੈ। ਜੀ ਦਾਨ ਦੇਣ ਵਾਲਾ ਜਿਗਿਆਸੂ ਸਮਰੱਥਾ ਹੈ, ਉਸ ਜਿਗਿਆਸੂ ਵਿੱਚ, ਉਸ ਜਿਗਿਆਸੂ ਵਿੱਚ ਸਮਰੱਥਾ ਹੈ ਚੁੱਪ ਕਰਾਉਣ ਦੀ, ਉਹ ਕਰਾ ਸਕਦਾ। ਸਾਧ ਦੀ ਅਸ਼ਪਤੀ ਦੇਖੋ ਨਾ, ਸੁਖਮਨੀ ਸਾਹਿਬ ਦੀ ਸਾਧ ਬਸ਼ਪਤੀ ਉਸ ਜਿਗਿਆਸੂ ਦੀ ਗੱਲ ਆਈ ਹੈ ਕਿ ਸਾਧ ਨੂੰ ਉਸ ਸਾਧ ਦੇ ਮਿਲਦਿਆਂ ਸਾਰ ਸਭ ਕੁਝ ਅੰਦਰ ਬਦਲ ਜਾਂਦਾ ਹੈ ਸਾਰਾ। ਬੜੇ ਬੜੇ ਉਹ ਆਏ ਬ੍ਰਹਮ ਗਿਆਨੀ ਵਾਲੀ ਅਸ਼ਪਤੀ ਦੇਖ ਲਓ, ਸਾਧ ਵਾਲੀ ਅਸ਼ਪਤੀ ਦੇਖ ਲਓ, ਯੂ ਨੋ ਸਾਧੂ ਕੇ ਸੰਗ ਜਿਹੜੇ ਸਾਧ ਦਾ ਸੰਗ ਕਰਦੇ ਨੇ ਉਹਦੇ ਅੰਦਰ ਇਹ ਚੀਜ਼ਾਂ ਬਦਲ ਜਾਂਦੀਆਂ ਇਹਨਾਂ ਦੇ ਅੰਦਰ। ਇਹ ਨਿਸ਼ਾਨੀਆਂ ਹਨ ਉਸ ਸੱਚੇ ਜਿਗਿਆਸੂ ਦੀਆਂ, ਜੀ ਦਾਨ ਦੇਣ ਵਾਲੇ ਜਿਗਿਆਸੂ ਦੀਆਂ। ਤੇ ਇੱਥੇ ਤੱਕ ਤੇ ਹੋਈ ਗੱਲ ਜਨਮ ਮਰਨ ਦੀ, ਚੁੱਪ ਰਹਿਣ ਦੀ, ਬੋਲਣ ਦੀ, ਦੇਣ ਦੀ ਤੇ ਮੰਗਣ ਦੀ। ਕੌਗਨੀਟਿਵ ਐਬਿਲਿਟੀ ਦੀ ਗੱਲ ਨਹੀਂ ਆਈ ਹਾਲੇ, ਨੋਟਿਸ ਕੀਤਾ? ਜਨਮ ਮਰਨ ਦੀ ਗੱਲ ਆਈ ਹੈ, ਚੁੱਪ ਰਹਿਣ ਦੀ ਗੱਲ ਆਈ ਹੈ, ਚੁੱਪ ਰਹਿਣ ਦੀ ਗੱਲ ਆਈ ਹੈ, ਬੋਲਣ ਦੀ ਗੱਲ ਆਈ ਹੈ, ਮਰਨ ਦੀ ਗੱਲ ਆਈ ਹੈ, ਜੀਵਨ ਦੀ ਗੱਲ ਆਈ ਹੈ, ਦੇਣ ਦੀ ਗੱਲ ਆਈ ਹੈ, ਲੈਣ ਦੀ ਗੱਲ ਆਈ ਹੈ, ਰਾਜ ਦੀ ਗੱਲ ਆਈ ਹੈ, ਮਾਲ ਦੀ ਗੱਲ ਆਈ ਹੈ, ਮਨ ਦੇ ਸੋਰ ਦੀ ਗੱਲ ਆਈ ਹੈ। ਕੌਗਨੀਟਿਵ ਐਬਿਲਿਟੀ ਦੀ ਗੱਲ ਨਹੀਂ ਆਈ ਹਾਲੇ, ਛੇੜੀ ਨਹੀਂ ਨੇ ਹਾਲੇ, ਹੁਣ ਛੇੜਨਗੇ, ਹੁਣ ਛੇੜਨਗੇ ਕੌਗਨੀਟਿਵ ਐਬਿਲਿਟੀਜ਼ ਤੁਹਾਡੀਆਂ, ਤੁਹਾਡੀ ਦਿਮਾਗ ਦੀ ਸੋਚ, ਤੁਹਾਡੀ ability to decipher what's right and wrong, ability to analyze, ability to understand, ability to concentrate। ਇਹ ਜਿਹੜੀਆਂ cognitive abilities ਨੇ ਜਿਹੜੀਆਂ ਦਿਮਾਗ ਦੀਆਂ ਆਪਣੀਆਂ, ਹਰ ਇੱਕ ਦੀਆਂ ਆਪਣੀਆਂ ਆਪਣੀਆਂ ਹਨ, ਕਈਆਂ ਦੀ ਜ਼ਿਆਦਾ ਹਨ, ਕਈਆਂ ਦੀ ਘੱਟ ਹਨ। ਕਈ ਇੱਕ ਚੀਜ਼ ਨੂੰ ਦੇਖ ਕੇ 10 ਚੀਜ਼ਾਂ ਵਿੱਚੋਂ ਦੇਖ ਲੈਂਦੇ ਹਨ, ਕਈਆਂ ਦੇ ਵਿੱਚ ਗਿਆਨ ਜ਼ਿਆਦਾ ਹੈ, ਕਈਆਂ ਵਿੱਚ ਘੱਟ ਹੈ। ਇਹ ਪ੍ਰਮਾਤਮਾ ਦੇਣ ਹੈ ਕਿਸੇ ਕਿਸੇ ਨੂੰ, ਜਿਸ ਤਰ੍ਹਾਂ ਦੀ ਦੇਣ ਕਿਸੇ ਨੇ ਪ੍ਰਮਾਤਮਾ ਦਿੱਤੀ ਹੋਵੇ। ਪਰ ਹੁਣ ਕੌਗਨੀਟਿਵ ਐਬਿਲਿਟੀ ਦਾ ਇਸ਼ੂ ਰੇਜ਼ ਕੀਤਾ ਨੇ, ਜੋਰ ਨਾਲ ਸੁਰਤੀ ਗਿਆਨ ਵਿਚਾਰ ਹੈ, ਵਿਚਾਰ ਵਿੱਚ ਵੀ ਤੇਰਾ ਕੋਈ ਜ਼ੋਰ ਨਹੀਂ, ਗਿਆਨ ਲੈਣ ਦੀ ਐਬਿਲਿਟੀ ਤੇਰਾ ਕੋਈ ਜ਼ੋਰ ਨਹੀਂ। ਆਈ ਐਮ ਸੌਰੀ ਟੂ ਸੇ, ਸੁਰਤ ਵਿੱਚ ਹੀ ਤੇਰਾ ਕੋਈ ਜ਼ੋਰ ਨਹੀਂ। concentration level ਵਿੱਚ ਤੇਰੀ concentration level ਜਪਜੀ ਦੇ ਉੱਤੇ ਕਿਤਨਾ concentration level ਹੈ, ਤੇਰੇ ਹੱਥ ਨਾਲ ਨਹੀਂ ਹੋ ਸਕਦਾ। ਹਾਂ, ਪਹੁੰਚਿਆ ਹੋਇਆ ਜਿਗਿਆਸੂ, ਜਿਹੜਾ ਜਿਗਿਆਸੂ ਜੀਦਾਨ ਦੇ ਕਾਬਿਲ ਹੋਵੇ, ਹਾਂ, ਉਹ ਆਪਣੇ ਗਿਆਨ ਦੇ ਦੁਆਰਾ ਤੇਰੇ ਗਿਆਨ ਦੇ ਵਿੱਚ ਉਤਪਤੀ ਕਰ ਸਕਦਾ ਹੈ, ਤੇਰੇ ਗਿਆਨ ਵਧਾ ਸਕਦਾ ਹੈ, ਤੇਰਾ ਨੌਲੇਜ ਲੈਵਲ ਵਧਾ ਸਕਦਾ ਹੈ। ਉਹ ਉੱਚ ਕੋਟੀ ਦਾ ਜਿਗਿਆਸੂ ਹੋਵੇ, ਉਹ ਕਲਿਆਣ ਰਾਗ ਸਿਖਾ ਕੇ ਤੈਨੂੰ ਤੇਰੇ ਅੰਦਰ ਡਿਵੋਸ਼ਨ ਪੈਦਾ ਕਰ ਸਕਦਾ ਹੈ ਰਾਗ ਦੇ ਥਰੂ। ਉਹਦੇ ਸਮਰੱਥਾ ਹੈ ਕਰਨ ਦੀ, ਤੇਰੇ ਚ ਨਹੀਂ, ਤੂੰ ਨਹੀਂ ਕਰ ਸਕਦਾ। ਸੁਰਤੀ ਮਤਲਬ ਸੁਰਤ, ਕੌਨਸ਼ੀਅਸਨੈਸ, ਲੈਵਲ ਆਫ ਕੌਨਸ਼ੀਅਸਨੈਸ। ਤੇ ਲੈਵਲ ਆਫ ਕੌਨਸ਼ੀਅਸਨੈਸ ਆਪਣੀ ਹੈ ਸਾਰਿਆਂ ਦੀ, ਹਾਂਜੀ। ਉਹ ਕੌਨਸ਼ੀਅਸਨੈਸ ਐਟ ਦ ਲੈਵਲ, ਹਰ ਇੱਕ ਦੇ ਆਪਣੀ ਲੈਵਲ ਆਫ ਦੇਖੋ, ਜਿਹੜਾ 0 ਲੈਵਲ ਅਬਵ ਸੀ ਲੈਵਲ ਤੇ ਖੜਾ ਹੈ, ਉਹਦੀ ਕੌਨਸ਼ੀਅਸਨੈਸ ਅਲੱਗ ਹੈ, ਰਾਈਟ। ਉਹ ਕੁਝ ਹੋਰ ਕੁਝ ਦਿਖਦਾ ਪਿਆ। ਔਰ ਮੈਂ ਖੜਾ ਹੋਇਆ ਇੱਥੇ, ਬਾਹਰ ਮੈਂ ਚਲਾ ਜਾਵਾਂ ਤੇ ਮੈਂ ਦੇਖਾਂਗਾ ਕਾਰਾਂ ਖੜੀਆਂ ਹੋਈਆਂ, ਘਰ ਹਨ ਇੱਥੇ, ਤੇ ਹੁਣ ਮੈਂ ਚਲਾ ਜਾਵਾਂ ਆਪਣੇ ਘਰ ਦੇ ਫਸਟ ਫਲੋਰ ਤੇ, ਮੈਨੇ ਸੈਕੰਡ ਫਲੋਰ ਤੇ ਕਰ ਲਓ ਇੱਥੇ, ਤੇ ਹੁਣ ਮੈਨੂੰ ਥੋੜੇ ਪੇੜ ਨਜ਼ਰ ਆ ਜਾਣਗੇ, ਘਰ ਦੀ ਥੋੜੀ ਓਪਨੀਆਂ ਛੱਤਾਂ ਵੀ ਨਜ਼ਰ ਆ ਜਾਣਗੀਆਂ। ਸੁਰਤ ਬਦਲ ਗਈ ਮੇਰੀ, ਤੇ ਹੁਣ ਮੈਂ ਖੜਾ ਜਾਂ ਚੌਥੇ ਫਲੋਰ ਤੇ ਤਾਂ ਹੋਰ ਨਜ਼ਰ ਆਏਗਾ, ਤੇ ਜੇ 10ਵੇਂ ਤੇ ਚੜਾ ਜਾਂ ਤੇ ਬਿਲਕੁਲ ਡਿਫਰੈਂਟ ਨਜ਼ਰ ਆਏਗਾ। ਤੇ ਮੈਂ ਉਹ ਦੁਬਈ ਚ ਮੈਂ ਕਿਤੇ ਆਈ ਨੈਵਰ ਵਿਜ਼ਿਟਡ ਦੁਬਈ ਚ, ਬੁਰਜ ਖਲੀਫਾ ਦੇ ਉੱਪਰਲੇ ਲਾਈਨ ਤੇ ਪਹੁੰਚ ਜਾਵਾਂ, ਜਿਹੜੀ ਸਭ ਤੋਂ ਉੱਚੀ ਇਮਾਰਤ, ਉਦੋਂ ਤੇ ਹੋਰ ਕੁਝ ਨਜ਼ਰ ਆਏਗਾ, ਉੱਤੋਂ ਉਹ ਬੜਾ ਕੁਝ ਨਜ਼ਰ ਆਏਗਾ ਉੱਤੋਂ। ਤੇ ਜੇ ਕੋਈ ਕਹੇ ਕਿ ਸਿਆਣੇ ਨੇ ਹੈਲੀਕਾਪਟਰ ਤੇ ਬੈਠ ਕੇ ਤਾਂ ਹੋਰ ਉੱਤੇ ਚਲਾ ਜਾਵਾਂ, ਫਿਰ ਕੋਈ ਪਲੇਨ ਤੇ ਚਲਾ ਜਾਵਾਂ, ਫਿਰ 35,000 ਫੁੱਟ ਤੋਂ ਉੱਤੋਂ ਦੇਖਾਂ ਕੋਈ ਹੋਰ ਕੁਝ ਨਜ਼ਰ ਆਏਗਾ। ਤੇ ਜੇ ਕੋਈ ਸੁਪਰਸੋਨਿਕ ਫਲਾਈਟ ਲਾ ਲਵਾਂ ਜਿਹੜੀ ਉੱਪਰ ਜਾਂਦੀਆਂ ਨੇ ਉਸ ਤੋਂ ਵੀ ਬਹੁਤ ਜ਼ਿਆਦਾ, ਤੇ ਕਹਿੰਦੇ ਅਰਥ ਦੀ ਕਰਵੇਚਰ ਵੀ ਨਜ਼ਰ ਆਉਂਦੀ ਉਹਨਾਂ ਨੂੰ। ਤੇ ਜੇ ਕੋਈ ਸਪੇਸ ਸ਼ਟਲ ਤੇ ਚਲਾ ਜਾਏ, ਥੋੜਾ ਹੋਰ ਉੱਪਰ ਚਲਾ ਜਾਏ, ਉਦੋਂ ਅਰਥ ਨਜ਼ਰ ਆ ਜਾਏਗੀ ਥੋੜੀ ਗੋਲ। ਤੇ ਸੁਰਤ ਤੇ ਆਪਣੀ ਹੈ ਸਾਰਿਆਂ ਦੀ। ਸੁਰਤੀ ਤੇ ਤੁਹਾਡਾ ਕੰਟਰੋਲ ਹੀ ਨਹੀਂ ਹੈ ਕੋਈ। ਹਾਂ, ਇਹ ਗੱਲ ਜ਼ਰੂਰ ਹੈ ਕਿ ਸੁਰਤ ਤੁਹਾਡੀ ਵੱਧ ਸਕਦੀ ਹੈ, ਉੱਚੀ ਹੋ ਸਕਦੀ ਹੈ ਸੁਰਤ। ਤੁਹਾਡੀ ਜਿਹੜੀ ਸੁਰਤ ਹੈ, ਤੁਹਾਡੀ ਜਿਹੜੀ ਸੋਚ ਹੈ, ਉਹ ਉੱਚੀ ਹੋ ਸਕਦੀ ਹੈ ਬਹੁਤ। ਉਹ ਉੱਚੀ ਕਿਸ ਤਰ੍ਹਾਂ ਹੁੰਦੀ ਹੈ? ਗੁਰਬਾਣੀ ਨਾਲ। ਉੱਚੀ ਕਿਸ ਤਰ੍ਹਾਂ ਹੁੰਦੀ ਹੈ? ਗੁਰੂ ਦੇ ਦੱਸੇ ਹੋਏ ਰਸਤੇ ਪੈਣ ਨਾਲ। ਉਹ ਕਿਸ ਤਰ੍ਹਾਂ ਹੁੰਦੀ ਹੈ? ਜਿਹੜੇ ਜੀ ਦਾਨ ਦੇਣ ਵਾਲੇ
ਗੁਰਮੁਖ ਹਨ ਜਿਹੜੇ ਜੀ ਦੇਣ ਦਾਣ ਵਾਲੇ ਜਿਗਿਆਸੂ ਹਨ ਉਹਨਾਂ ਦਾ ਜਿਗਿਆਸੂ ਦੇ ਸੰਗ ਕਰਨ ਨਾਲ ਸੁਰਤ ਉੱਚੀ ਹੋ ਜਾਂਦੀ ਹੈ। ਜਪਜੀ ਦੀ ਸਮਝ ਆਉਣ ਨਾਲ ਸੁਰਤ ਉੱਚੀ ਹੋ ਜਾਂਦੀ ਹੈ। ਹੱਠ ਨਾਲ ਨਹੀਂ ਹੋ ਸਕਦੀ, ਜ਼ੋਰ ਨਾਲ ਨਹੀਂ ਹੋ ਸਕਦੀ। ਤੇ ਸੁਰਤੀ ਤੇ ਗਿਆਨ ਵਿੱਚ ਤੇ ਵਿਚਾਰ ਵਿੱਚ, ਤੇ ਜੇ ਸੁਰਤ ਉੱਚੀ ਵੀ ਹੋ ਜਾਵੇ ਔਰ ਗਿਆਨ ਦੀ ਪ੍ਰਾਪਤੀ ਵੀ ਹੋ ਜਾਵੇ ਤੇ ਵਿਚਾਰ ਵਿੱਚ ਕੀ ਕਰੋਗੇ? ਉਹਨੂੰ ਵੰਡੋਗੇ ਕਿਵੇਂ? ਤੇ ਵੰਡਣਾ ਹੀ ਤੇ ਕ੍ਰਿਟੀਕਲ ਹੈ ਨਾ। ਤੇ ਜੇ ਵੰਡੀ ਨਹੀਂ ਤੇ ਫਿਰ ਆਈ ਥਿੰਕ ਗੁਰੂ ਨਾਨਕ ਦੇਵ ਜੀ ਬਾਣੀ ਤੋਂ ਇੱਕ ਸ਼ਬਦ ਆਉਂਦਾ ਹੈ। ਮੈਂ ਬਚਪਨ ਚ ਆਪਣੇ ਡੈਡ ਕੋਲੋਂ ਇਹ ਗੱਲ ਸੁਣੀ ਸੀ, ਔਰ ਬੜੇ ਆਥਰ ਇੱਕ ਲਾਈਨ ਆਉਂਦੀ ਹੈ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਤੇ ਜੇ ਵਿਚਾਰਿਆ ਹੀ ਨਹੀਂ ਵਿਦਿਆ ਨੂੰ, ਜੇ ਆਪਣੇ ਕੋਲ ਹੀ ਨੌਲੇਜ ਸਾਰੀ ਰੱਖੀ, ਤੇ ਜੇ ਵਿਦਿਆ ਦਾ ਵਿਚਾਰ ਹੀ ਨਹੀਂ ਹੋਇਆ ਤੇ ਪਰਉਪਕਾਰ ਕਿੱਥੋਂ ਹੋਏਗਾ ਉਹਦਾ? ਦੱਸੋ। ਜੇ ਵਿਦਿਆ ਨੂੰ ਤੁਸੀਂ ਵਿਚਾਰ ਕੇ ਅੱਗੇ ਕਿਸੇ ਨੂੰ ਦਿੱਤਾ ਨਹੀਂ, ਅਗਰ ਵਿਚਾਰੀ ਵਿਦਿਆ ਤਾਂ ਹੀ ਹੈ ਜੇ ਅੱਗੇ ਵੰਡੀ ਹੋਵੇ ਤਾਂ ਪਰਉਪਕਾਰੀ ਹੋਏਗੀ। ਤੇ ਜੇ ਪਰਉਪਕਾਰੀ ਨਹੀਂ ਹੈ ਤਾਂ ਉਸ ਵਿਦਿਆ ਦਾ ਜ਼ੀਰੋ ਵੈਲਿਊ। ਇਹ ਗੱਲ ਦੱਸ ਦਿਆਂ, ਇਹ ਪੱਲੇ ਬਣ ਕੇ ਚਲੇ ਜਾਓ। ਮੈਨੂੰ ਕੀਰਤਨ ਸਾਰਾ ਆਉਂਦਾ, ਲੇਕਿਨ ਮੈਂ ਸਿਖਾਣਾ ਕਿਸੇ ਨੂੰ ਨਹੀਂ ਜੀ। ਮੈਨੂੰ ਤਾਲਾ ਸਾਰੀਆਂ ਆਉਂਦੀਆਂ, ਪਰ ਮੈਂ ਕਿਸੇ ਨੂੰ ਨਹੀਂ ਸਿਖਾਣਾ। ਕਿਉਂ? ਕਿਉਂਕਿ ਜੇ ਸਾਰੇ ਸਿੱਖ ਗਏ ਫਿਰ ਮੇਰੇ ਵਰਗੇ ਬਣ ਜਾਣਗੇ, ਫਿਰ ਤੇ ਸਾਰੇ ਵਿਦਵਾਨ ਹੋ ਜਾਣਗੇ। ਮੈਂ ਕਿਉਂ ਸਿਖਾਵਾਂ ਇਹਨਾਂ ਨੂੰ? ਮੈਨੂੰ ਜਪਜੀ ਬਾਰੇ ਨੌਲੇਜ ਹੈ, ਪਰ ਮੈਂ ਦੇਣੀ ਕਿਸੇ ਨੂੰ ਨਹੀਂ। ਕਿਉਂ? ਜੇ ਮੈਂ ਦੇ ਦਿੱਤੀ ਤੇ ਕੀ ਹੋਏਗਾ? ਫਿਰ ਤੇ ਸੁਰਿੰਦਰ ਦੀ ਇੰਪੋਰਟੈਂਸ ਹੀ ਨਹੀਂ ਕੋਈ ਰਹਿਣੀ, ਫਿਰ ਤੇ ਸਾਰੇ ਵਿਦਵਾਨ ਹੋ ਜਾਣਗੇ। ਇਹ ਯਾਦ ਰੱਖਣਾ, ਜੇ ਵਿਦਿਆ ਪਰਉਪਕਾਰੀ ਨਹੀਂ ਹੋਈ ਨਾ ਅਗਰ, ਤੇ ਉਹ ਤਾਂ ਪਰਉਪਕਾਰੀ ਹੋਏਗੀ ਤੇ ਵਿਦਿਆ ਵਿਚਾਰੀ ਜਾਏਗੀ। ਤਾਂ ਜੇ ਵਿਚਾਰੀ ਨਹੀਂ ਤੇ ਕਦੀ ਪਰਉਪਕਾਰੀ ਨਹੀਂ ਹੋ ਸਕਦੀ। ਔਰ ਜੇ ਪਰਉਪਕਾਰੀ ਨਹੀਂ ਹੋਈ ਤੇ ਉਹਦੀ ਵੈਲਿਊ ਜ਼ੀਰੋ ਤੋਂ ਵੀ ਥੱਲੇ ਹੈ। ਕੁਛ ਨਹੀਂ, ਕੱਖ ਨਹੀਂ ਉਹਦਾ ਕੋਈ ਫਾਇਦਾ ਕਿਸੇ ਨੂੰ ਨਹੀਂ। ਆਪਣੇ ਕੋਲ ਰੱਖੋ ਨਹੀਂ ਹਰ ਚੀਜ਼। ਤੇ ਜੇ ਸੁਰਤ ਉੱਚੀ ਵੀ ਚਲੀ ਜਾਏ, ਗਿਆਨ ਵਿੱਚ ਉੱਚਾ ਵੀ ਹੋ ਜਾਵੇ, ਗਿਆਨ ਵਿੱਚ ਵੀ ਤੇਰਾ ਜ਼ੋਰ ਨਹੀਂ ਹੈ, ਸੁਰਤ ਵਿੱਚ ਵੀ ਤੇਰਾ ਜ਼ੋਰ ਨਹੀਂ ਹੈ, ਤੇ ਵਿਚਾਰਾਂ ਨਹੀਂ ਤੇ ਬਿਲਕੁਲ ਹੀ ਨਹੀਂ। ਉਹਦੀ ਮਰਜ਼ੀ ਨਾਲ ਹੁੰਦੀ ਹੈ, ਉਹ ਪ੍ਰੇਰਣਾ ਕਰਦਾ। ਤਾਂ I was going through a rough time through my life. I had a rough time, still going through rough time. But ਜਦੋਂ ਗ੍ਰੰਥ ਪ੍ਰੇਰਣਾ ਮਿਲਦੀ ਹੈ ਤੇ ਜਾਓ, ਜੇ ਕਰਨਾ ਹੈ ਕਰਨਾ। ਉਹਦੀ ਪ੍ਰੇਰਣਾ ਨਹੀਂ ਹੋਈ ਤੇ ਨਹੀਂ ਗਿਆ, ਗੈਪ ਹੋ ਗਿਆ ਬੜਾ ਵੱਡਾ। ਇਹ ਪ੍ਰੇਰਣਾ ਇਹ ਉਹ ਦਿੰਦਾ ਹੈ, ਪ੍ਰੇਰਣਾ ਉਹ ਦਿੰਦਾ। ਮੇਰੇ ਹੱਥ 'ਚ ਨਹੀਂ ਹੈ ਕੁਝ। ਬੰਦਾ ਅਰਦਾਸ ਕਰ ਸਕਦਾ, ਬੰਦਾ ਮਿੰਨਤਾਂ ਕਰ ਸਕਦਾ, ਬੰਦਾ ਅਰਦਾਸ ਕਰ ਸਕਦਾ, ਬੰਦਾ ਹੋਰ ਕੁਝ ਕਰ ਸਕਦਾ, ਲੇਕਿਨ ਵਿਚਾਰਨ ਦੀ ਅਵਸਥਾ ਤੁਹਾਡੇ 'ਚ ਨਹੀਂ ਹੈ, ਜੀ ਦਾਨ ਦੇਣ ਵਾਲੇ 'ਚ ਹੈ। ਤੇ ਜੋਰ ਨਾ ਜੁਗਤੀ ਛੁਟੇ ਸੰਸਾਰ। ਤੇ ਜੇ ਇਹਨਾਂ ਚੀਜ਼ਾਂ ਜ਼ੋਰ ਨਹੀਂ ਹੈ ਤੇ ਜੀ ਦਾਨ ਲੈ ਲੈਣਾ ਜਾਂ ਜੀ ਦਾਨ ਕਿਸੇ ਨੂੰ ਦੇ ਦੇਣਾ ਜਾਂ ਸੰਸਾਰ ਤੋਂ ਕਿਸ ਤਰ੍ਹਾਂ ਛੁੱਟਣਾ ਹੈ, ਉਹਦੀ ਜੁਗਤੀ ਦਾ ਤੇ ਬਿਲਕੁਲ ਹੀ ਜ਼ੋਰ ਤੁਹਾਡੇ 'ਚ ਨਹੀਂ। ਉਹਦਾ ਜ਼ੋਰ ਕਿੱਥੋਂ ਆਏਗਾ? ਜੇ ਚੁੱਪ ਰਹਿਣ ਵਿੱਚ ਜ਼ੋਰ ਨਹੀਂ ਹੈ, ਬੋਲਣ ਵਿੱਚ ਜ਼ੋਰ ਨਹੀਂ ਹੈ, ਮਰਨ ਵਿੱਚ ਜ਼ੋਰ ਨਹੀਂ ਹੈ, ਜੀਵਨ ਵਿੱਚ ਜ਼ੋਰ ਨਹੀਂ ਹੈ, ਲੈਣ ਵਿੱਚ ਨਹੀਂ ਹੈ, ਦੇਣ ਵਿੱਚ ਨਹੀਂ ਹੈ, ਵਿਚਾਰਨ ਵਿੱਚ ਨਹੀਂ ਹੈ, ਗਿਆਨ ਵਿੱਚ ਨਹੀਂ ਹੈ, ਸੁਰਤ ਵਿੱਚ ਨਹੀਂ ਹੈ, ਹੱਠ ਨਹੀਂ ਹੈ ਉੱਥੇ, ਤੇ ਜੀਵਨ ਤੋਂ ਛੁਟਕਾਰ ਮਿਲ ਜਾਏ ਤੁਹਾਨੂੰ, ਮਨੇ ਤੁਹਾਨੂੰ ਜੀਦਾਨ ਦੀ ਪ੍ਰਾਪਤੀ ਹੋ ਜਾਵੇ, ਤੁਹਾਨੂੰ ਇਹ ਜੁਗਤੀ ਕਿੱਥੋਂ ਆਏਗੀ ਤੁਹਾਡੇ ਕੋਲ? ਇਹ ਜੁਗਤੀ ਦੇਣ ਵਾਲੇ ਸਿਰਫ ਗੁਰੂ ਹੈ, ਨੂੰ ਕੋਈ ਨਹੀਂ ਦੇ ਸਕਦਾ ਜੁਗਤੀ। ਇਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਰੋਸ਼ਨੀ ਪਾ ਸਕਦੀ ਹੈ ਇਹਦੇ ਉੱਤੇ। ਤੇ ਰੋਸ਼ਨੀ ਪਾਉਂਦੀ ਹੈ ਗੁਰਦੁਆਰਾ। ਰੋਸ਼ਨੀ ਪਾਉਂਦੇ ਕੌਣ? ਪਾਉਂਦੇ ਹਨ ਗੁਰਮੁਖ ਜਨ। ਪਾਉਂਦੇ ਕੌਣ ਹਨ? ਜਿਨ੍ਹਾਂ ਨੂੰ ਇਹ ਕਾਰਜ ਦਿੱਤਾ ਗਿਆ ਹੈ ਰੋਸ਼ਨੀ ਪਾਉਣ ਦਾ, ਉਹ ਪਾਉਂਦੇ ਹਨ ਰੋਸ਼ਨੀ ਤੇ। ਜੋਰ ਨਾ ਜੁਗਤੀ ਛੁੱਟੇ ਸੰਸਾਰ। ਉਹ ਜੁਗਤੀਆਂ ਜਿਸ ਨਾਲ ਸੰਸਾਰ ਛੁੱਟ ਜਾਏ, ਉਹਦੇ ਉੱਤੇ ਕੀ ਹੱਠ ਹੈ? ਉਹ ਹੱਠ ਨਾਲ ਥੋੜਾ ਹੁੰਦਾ ਕੰਮ। ਤੇ ਅੱਗੇ ਹੁਣ ਹੱਥ ਖੜੇ ਕਰ ਦਿੱਤੇ, ਅਰਦਾਸ ਕਰਦੇ ਮਹਾਰਾਜ ਕਿ ਜਿਸ ਹੱਥ ਜੋਰ ਕਰ ਵੇਖੇ ਸੋਏ। ਜਿਹਦੇ ਹੱਥ ਵਿੱਚ ਜ਼ੋਰ ਹੈ ਉਹ ਦੇਖਦਾ ਪਿਆ ਹਰ ਜਗ੍ਹਾ, ਉਹਨੂੰ ਸਭ ਪਤਾ ਕੀ ਹੋ ਰਿਹਾ। ਕੌਣ ਸੱਚ ਬੋਲ ਰਿਹਾ ਹੈ, ਕੌਣ ਝੂਠ ਬੋਲ ਰਿਹਾ ਹੈ, ਕੌਣ ਪ੍ਰਿਟੈਂਡ ਕਰ ਰਿਹਾ ਹੈ, ਕੌਣ ਸੱਚੀ ਨਾਮ ਨਾਲ ਲਿਵ ਹੈ, ਕੌਣ ਸੱਚੀ ਸੇਵਾ ਕਰਦਾ ਪਿਆ ਹੈ, ਕੌਣ ਸੱਚਾ ਜੁੜਿਆ ਹੋਇਆ ਹੈ, ਕੌਣ ਝੂਠਾ ਜੁੜਿਆ ਹੋਇਆ ਹੈ, ਕੌਣ ਪ੍ਰਿਟੈਂਡ ਕਰ ਰਿਹਾ ਹੈ, ਸਭ ਪਤਾ ਉਸਨੂੰ। ਇਹ ਝੂਠੀਆਂ ਗੱਲਾਂ ਸਿਰਫ ਇਹ ਮੇਰੇ ਸਾਹਮਣੇ ਜਾਂ ਦੂਸਰਿਆਂ ਦੇ ਸਾਹਮਣੇ ਬੰਦਾ ਪ੍ਰਿਟੈਂਡ ਹੋ ਕੇ ਬੈਠ ਸਕਦਾ ਹੈ।
ਜਿਸ ਹੱਥ ਜ਼ੋਰ, ਜਿਹਦੇ ਹੱਥ ਵਿੱਚ ਜ਼ੋਰ ਹੈ, ਕਰ ਵੇਖੀ ਸੋਏ, ਉਹ ਹਰ ਕੁਝ ਦੇਖਦਾ ਪਿਆ, ਉਹ ਹਰ ਚੀਜ਼ ਦੇਖ ਰਿਹਾ, ਉਹ ਹਰ ਚੀਜ਼ ਸੁਣ ਰਿਹਾ, ਉਹਦੇ ਕੋਲ ਕੋਈ ਛੁਪਿਆ ਨਹੀਂ ਕੋਈ। ਨਾਨਕ ਉਤਮ ਨੀਚ ਨਾ ਹੋਏ। ਇਸ ਵਾਸਤੇ ਉੱਤਮ ਤੇ ਨੀਚ ਤੁਹਾਡੇ ਹੱਥ ਵਿੱਚ ਨਹੀਂ ਹੈ, ਉਹਦੇ ਹੱਥ ਵਿੱਚ ਹੈ। ਕੋਈ ਉੱਤਮ ਤੇ ਨੀਚ ਨਹੀਂ ਹੈ, ਕੋਈ ਨੀਚ ਹੈ ਨਾ ਕੋਈ ਉੱਤਮ ਹੈ। ਨੋਟਿਸ ਕਰੋਗੇ ਇੱਥੇ ਉੱਤਮ ਤੇ ਨੀਚ ਦੇ ਚੱਚੇ ਨੂੰ ਸਿਹਾਰੀ ਨਹੀਂ ਹੈ ਤੇ ਉੱਤਮ ਦੇ ਮੰਮੇ ਨੂੰ ਸਿਹਾਰੀ ਨਹੀਂ ਹੈ। ਕੈਨ ਸਮਬਡੀ, I don't know, ਗੁਰਬਾਣੀ ਦੇ ਵਿਆਕਰਣ ਰੂਲ ਮੈਨੂੰ ਬਹੁਤ ਇੰਟ੍ਰੀਗ ਕਰਦੇ ਹਨ, ਬਿਕਾਜ਼ I feel ਕਿ I feel ਕਿ ਇਹਨਾਂ ਵਿੱਚ ਬੜੇ ਭੇਦ ਛੁਪੇ ਹੁੰਦੇ ਹਨ ਗੁਰਬਾਣੀ ਦੇ। ਅਨਫੋਰਚੂਨੇਟਲੀ ਵਾਕਈ ਜਿਨ੍ਹਾਂ ਨੂੰ ਗੁਰਬਾਣੀ ਦੇ ਵਿਆਕਰਣ ਦਾ ਬੋਧ ਨਹੀਂ ਹੈ ਨਾ, ਉਹ ਉਹਨਾਂ ਲਾਭ ਨਹੀਂ ਉਠਾ ਸਕਦੇ ਇਹਨਾਂ ਚੀਜ਼ਾਂ ਦਾ। ਹਾਂਜੀ, ਇੱਥੇ ਉੱਤਮ ਔਰ ਨੀਚ ਕੌਣ ਹੈ? ਇੱਥੇ ਉੱਤਮ ਵਿੱਚ ਨਹੀਂ ਹੈ, ਨੀਚ ਵਿੱਚ ਨਹੀਂ ਹੈ। ਇੱਥੇ ਉੱਤਮ ਨੀਚ ਨੂੰ ਸਿਹਾਰੀ ਨਹੀਂ ਲਗਾਈ ਹੋਈ। ਇੱਥੇ ਉੱਤਮ ਦੇ ਮੰਮੇ ਨੂੰ ਔਕਣ ਹੈ ਤੇ ਨੀਚ ਦੇ ਮੰਮੇ ਨੂੰ ਵੀ ਔਕਣ ਹੈ। ਕਿਹੜੇ ਉੱਤਮ ਤੇ ਕਿਹੜੇ ਨੀਚ ਹੈ? Anybody sitting physically in the classroom can throw some light on this? ਉਹ particular ਉੱਤਮ ਨੀਚ ਇੱਥੇ ਸਿੰਗੂਲਰ ਵਰਡ ਉਸ ਬੰਦੇ ਵਾਸਤੇ ਪ੍ਰਥਾਈ ਆਇਆ ਹੈ, ਉਸ ਬੰਦੇ ਵਾਸਤੇ ਪ੍ਰਥਾਈ ਆਇਆ ਹੈ ਜਿਹੜਾ ਬੰਦਾ ਦੇ ਬਾਰੇ ਗੱਲ ਪਹਿਲੇ ਕਰ ਚੁੱਕੇ ਹਨ। ਜਿਹੜੇ ਹੇ ਨਾਨਕ, ਜਿਨ੍ਹਾਂ ਵਿੱਚ ਜ਼ੋਰ ਨਹੀਂ ਹੈ, ਜ਼ੋਰ ਵਿੱਚ ਨਹੀਂ ਹਨ, ਜਿਨ੍ਹਾਂ ਵਿੱਚ ਆਖਣ ਦੇ ਵਿੱਚ ਜ਼ੋਰ ਨਹੀਂ ਹੈ, ਜਿਨ੍ਹਾਂ ਵਿੱਚ ਚੁੱਪਣ ਵਿੱਚ ਜ਼ੋਰ ਨਹੀਂ ਹੈ, ਹੇ ਨਾਨਕ, ਜਿਨ੍ਹਾਂ ਵਿੱਚ ਮੰਗਣ ਵਿੱਚ ਜ਼ੋਰ ਨਹੀਂ ਹੈ, ਦੇਣ ਵਿੱਚ ਜ਼ੋਰ ਨਹੀਂ ਹੈ, ਇਹ ਬੰਦੇ ਇਹ ਆਪਣੀ ਮਰਜ਼ੀ ਨਾਲ ਉੱਤਮ ਨਹੀਂ ਹਨ ਤੇ ਆਪਣੀ ਮਰਜ਼ੀ ਨਾਲ ਨੀਚ ਵੀ ਨਹੀਂ ਹੈ। ਉਹ ਉੱਤਮ ਨੀਚ ਹੱਠ ਨਾਲ ਨਹੀਂ ਬਣੇ। ਉੱਤਮ ਨੀਚ ਆਪਣੀ ਮਰਜ਼ੀ ਨਾਲ ਨਹੀਂ ਬਣੇ, ਹੱਠ ਨਾਲ ਨਹੀਂ ਬਣੇ ਉੱਤਮ। ਕੋਈ ਹੱਠ ਨਾਲ ਉੱਤਮ ਤੇ ਹੱਠ ਨਾਲ ਨੀਚ ਨਹੀਂ ਬਣ ਸਕਦਾ। ਕੋਈ ਕਹੇ ਕਿ ਮੈਂ ਜ਼ਬਰਦਸਤੀ ਬੁਰੇ ਕੰਮ ਕਰਨੇ ਹੀ ਕਰਨੇ, ਕਰਨੇ ਹੀ ਕਰਨੇ, ਕਰਨੇ ਹੀ ਕਰਨੇ, ਕਰਨੇ ਹੀ ਕਰਨੇ ਬੁਰੇ ਕੰਮ, ਹਰ ਜ਼ੋਰ ਮੈਂ ਬੁਰਾ ਕੰਮ ਕਰਦਾ ਰਹਾਂਗਾ ਨੀਚ ਬਣਨ ਵਾਸਤੇ। ਲੇਕਿਨ ਤੁਹਾਡੇ ਅੰਦਰ ਮਨ ਵਿੱਚ ਜਿਹੜੀ ਚੀਜ਼ਾਂ, ਭਾਵਨਾ ਜਿਹੜੀਆਂ ਪੈਦਾ ਜਿਹੜੀਆਂ ਹੋ ਰਹੀਆਂ, ਜਿਹੜੀਆਂ ਜਿਹਦੇ ਵਿੱਚ ਪ੍ਰਮਾਤਮਾ ਦਾ ਅਸਰ ਜਿਹੜਾ ਵੜਿਆ ਹੋਇਆ ਹੈ ਸਾਰਾ, ਉਹ ਆਪਣੀ ਹੱਠ ਦੇ ਨਾਲ ਉੱਤਮ ਤੇ ਨੀਚ ਨਹੀਂ ਹੈ। ਇਹ ਲਾਈਨਾਂ ਤਾਂ ਲਿਖੀਆਂ ਗਈਆਂ ਕਿ ਤੁਸੀਂ ਨਾ ਕਿਸੇ ਦੇ ਉੱਤੇ ਕਿੰਤੂ ਪਰੰਤੂ ਕਰੋ, ਤੁਸੀਂ ਨਾ ਕਿਸੇ ਨੂੰ ਜਜਮੈਂਟ ਡੇ 'ਚ ਲੈ ਕੇ ਆਓ। ਫਲਾਣੇ ਨੇ ਵਾਲ ਕਟਾਏ ਹੋਏ ਹਨ, ਇਸ ਵਾਸਤੇ ਨੀਚ ਹੈ। ਫਲਾਣੇ ਨੇ ਅੰਮ੍ਰਿਤ ਨਹੀਂ ਛਕਿਆ ਹੋਇਆ, ਇਸ ਵਾਸਤੇ ਨੀਚ ਹੈ। ਫਲਾਣਾ ਕੀਰਤਨ ਨਹੀਂ ਸਿੱਖਦਾ, ਇਸ ਵਾਸਤੇ ਨੀਚ ਹੈ। ਢਿੰਗਾਣਾ ਸੇਵਾ ਨਹੀਂ ਕਰਦਾ, ਇਸ ਵਾਸਤੇ ਨੀਚ ਹੈ। ਉਹ ਇਹ ਕੰਮ ਨਹੀਂ ਕਰਦਾ, ਇਸ ਵਾਸਤੇ ਉਹ ਨੀਚ ਹੈ। ਹਾਂ, ਸੁਰਿੰਦਰ ਗੁਰਬਾਣੀ ਸਿਖਾਉਂਦਾ ਉਸ ਬੜਾ ਉੱਚਾ ਹੈ, ਸੁਆ ਉੱਚਾ ਹੈ, ਕੁਝ ਨਹੀਂ ਉੱਚਾ। ਇਹ ਆਪਣੀ ਮਰਜ਼ੀ ਨਾਲ ਉੱਚਾ ਨੀਵਾਂ ਥੋੜਾ ਨਾ ਹੋਇਆ ਕੋਈ ਬੰਦਾ। ਫਲਾਣਾ ਕੀਰਤਨ ਕਰ ਲੈਂਦਾ, ਬੜਾ ਉੱਚਾ ਹੈ। ਢਿੰਗਾਣਾ ਸ਼ਰਾਬ ਪੀ ਲੈਂਦਾ, ਇਸ ਵਾਸਤੇ ਬੜਾ ਨੀਚ ਹੈ ਉਹ। ਹਾਂਜੀ, ਉਹ ਨੀਚ ਹੈ ਤੇ ਇਹ ਉੱਤਮ ਹੈ। ਮਹਾਰਾਜ ਵਰਜਦੇ ਹਨ ਇਸ ਗੱਲ ਨੂੰ ਔਰ ਜਿਗਿਆਸੂ ਨੂੰ ਚੇਤਾਵਨੀ ਦਿੰਦੇ ਹੈ, ਜਿਗਿਆਸੂ ਨੂੰ ਕਿ ਹੇ ਜਿਗਿਆਸੂ, ਤੂੰ ਹੁਣ 33rd ਪੌੜੀ ਵਾਲਾ ਜਿਗਿਆਸੂ ਹੈ। ਇਹ ਜਿਗਿਆਸੂ ਸਮਝ ਲੈ ਗੱਲ, ਆਪਣੀ ਮਰਜ਼ੀ ਨਾਲ ਕੋਈ ਉੱਤਮ ਤੇ ਨੀਚ ਨਹੀਂ ਬਣਿਆ। ਉਹ ਉੱਤਮ ਤੇ ਨੀਚ ਹੱਠ ਨਾਲ ਨਹੀਂ ਬਣਿਆ। ਉੱਤਮ ਤੇ ਨੀਚ ਉਹਦੇ ਹੁਕਮ ਵਿੱਚ ਹੈ ਸਾਰਾ ਕੁਝ, ਉਹਦੇ ਕੰਟਰੋਲ ਤੋਂ ਬਾਹਰ ਹੈ ਸਾਰਾ ਕੁਝ ਹੈ ਕੁਝ। ਹਾਂ, ਨੀਚ ਵਾਲਾ ਬੰਦਾ ਜੇ ਇਸ ਜਿਗਿਆਸੂ ਦੇ ਨਾਲ ਮਿਲ ਕੇ ਜੀਦਾਨ ਵਾਲੇ ਦੇਣ ਰੂਪ ਵਿੱਚ ਆ ਜਾਵੇ ਤਾਂ ਉੱਤਮ ਬਣ ਸਕਦਾ। ਉਹ ਆਪਣੀ ਮਰਜ਼ੀ ਨਾਲ ਉੱਤਮ ਨਹੀਂ ਬਣ ਸਕਦਾ, ਆਪਣੀ ਮਰਜ਼ੀ ਨਾਲ ਨੀਚ ਵੀ ਨਹੀਂ ਬਣ ਸਕਦਾ। ਇਸ ਉੱਚ ਕੋਟੀ ਦੇ ਜਿਗਿਆਸੂ ਨੂੰ ਸਮਝਾਇਆ ਨੇ ਕਿ ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਜਿਹਦੇ ਹੱਥ ਵਿੱਚ ਜ਼ੋਰ ਹੈ ਉਹ ਸੋਚਦਾ ਹੈ, ਉਹ ਦੇਖਦਾ ਹੈ, ਉਹ ਦੇਖ ਰਿਹਾ ਹੈ ਸਾਰਾ ਕੁਝ। ਉਹਦੀ ਨਜ਼ਰਾਂ ਦੇ ਥੱਲੇ ਹੈ ਸਾਰਾ ਕੁਝ। ਨਜ਼ਰਾਂ ਦੇ ਥੱਲੇ ਹੋਣ ਕਰਕੇ ਹੇ ਜਿਗਿਆਸੂ, ਇਸ ਗੱਲ ਦਾ ਤੈਨੂੰ ਚਿੰਤਾ ਫਿਕਰ ਰਵੇ ਕਿ ਉੱਤਮ ਤੇ ਨੀਚ ਤੇਰੇ ਹੱਥ ਵਿੱਚ ਨਹੀਂ ਹੈ, ਉਹਦੇ ਹੱਥ ਵਿੱਚ ਹੈ। ਕੌਣ ਉੱਤਮ ਹੈ ਤੇ ਕੌਣ ਨੀਚ ਹੈ, ਉਹ ਹੱਠ ਹੀ ਨਹੀਂ ਕਰ ਸਕਦਾ। ਹੱਠ ਵਿੱਚ ਨਹੀਂ ਹੈ ਉੱਤਮ ਤੇ ਨੀਚ। ਤੇਰਾ ਕੰਮ ਨੀਚ ਨਾਲ ਘ੍ਰਿਣਾ ਨਹੀਂ ਕਰਨੀ। ਤੇਰਾ ਕੰਮ ਜਿਹੜਾ ਅਗਰ ਕਿਸੇ ਨੇ ਕੋਈ ਇਹੋ ਜਿਹਾ ਕੰਮ ਕਰ ਰਿਹਾ ਜਿਹੜਾ ਗੁਰਮਤ ਦੇ ਖਿਲਾਫ ਹੈ, ਉਹਦੇ ਨਾਲ ਸਮਝਾਣਾ ਬਣਦਾ ਹੈ ਤੈਨੂੰ। ਉਹਦੇ ਨਾਲ ਘ੍ਰਿਣਾ ਨਹੀਂ ਬਣਦੀ ਤੇਰੀ ਕਰਨੀ। ਉਹਨੂੰ ਸਿੱਧੇ ਪਾਸੇ ਰਾਹ ਲਗਾਉਣੇ ਵਾਸਤੇ। ਗੁਰੂ ਨਾਨਕ ਜੀ ਕਿੱਥੇ ਕਿੱਥੇ ਗਏ, ਦੇਖੋ ਉਦਾਸੀਆਂ ਚ ਕਿੰਨੇ ਨੀਚ ਜਿਹੇ ਬੰਦੇ ਮਿਲੇ ਉਹਨਾਂ ਨੂੰ, ਨੀਵੀਂ ਬਿਰਤੀ ਵਾਲੇ। ਚਾਹੇ ਉਹ ਭੂਮੀਏ ਚੋਰ ਕੋਲ ਗਏ, ਕਿੱਥੇ ਕਿੱਥੇ ਗਏ, ਉਹ ਕਿੰਨਾ ਕੁਝ ਕੀਤਾ ਉਹਨਾਂ ਨੇ।
ਦਿਖਾ ਦਿਓ ਇੱਕ ਵਰਡ ਕਿਧਰੇ ਵੀ, ਚਾਹੇ ਸੂਰਜ ਪ੍ਰਕਾਸ਼ ਵਿੱਚੋਂ, ਚਾਹੇ ਗੁਰੂ ਨਾਨਕ ਚਮਤਕਾਰ ਵਿੱਚੋਂ, ਚਾਹੇ ਜਨਮ ਸਾਖੀਆਂ ਵਿੱਚੋਂ, ਇੱਕ ਲਾਈਨ ਮੈਨੂੰ ਦੱਸ ਦਿਓ ਮਾੜੇ ਤੋਂ ਮਾੜੇ ਘਰ ਵਿੱਚ ਜਾ ਕੇ ਕਿਸੇ ਨੂੰ ਉਹਨਾਂ ਨੂੰ ਮਾੜਾ ਭਲਾ ਕਿਹਾ ਹੋਵੇ, ਕਿਸੇ ਨੂੰ ਵੀ ਤੁਸੀਂ ਬੜੇ ਮਾੜੇ ਹੋ, ਤੁਹਾਡੇ ਵਰਗਾ ਮਾੜਾ ਨਹੀਂ ਕੋਈ ਹੋਰ, ਤੁਸੀਂ ਬਹੁਤ ਯੂਜ਼ਲੈਸ ਹੋ, ਤੁਹਾਡਾ ਕੁਝ ਨਹੀਂ ਹੋ ਸਕਦਾ, ਤੁਹਾਡਾ ਕੱਖ ਨਹੀਂ ਹੋ, ਤੁਸੀਂ ਤੁਹਾਡੇ ਵਰਗਾ ਬੰਦਾ ਮੈਂ ਦੇਖਿਆ ਨਹੀਂ ਹੈ, ਇਤਨੇ ਮਾੜੇ ਬੰਦੇ ਮੈਂ। ਦਿਖਾ ਦਿਓ ਇੱਕ ਲਾਈਨ, ਇੱਕ ਲਾਈਨ ਕਿਸੇ ਸਾਖੀ ਵਿੱਚੋਂ, ਸੂਰਜ ਪ੍ਰਕਾਸ਼ ਦਿਖਾ ਦਿਓ ਮੈਨੂੰ ਗੁਰੂ ਨਾਨਕ ਚਮਤਕਾਰ ਚ ਦਿਖਾ ਦਿਓ, ਮੈਨੂੰ ਕਿਸੇ ਜਗਜਮ ਸਾਖੀਆਂ ਤੋਂ ਦਿਖਾ ਦਿਓ, ਕਿੱਥੋਂ ਵੀ ਦਿਖਾ ਦਿਓ ਕੋਈ ਲਾਈਨ, ਉਹ ਨਹੀਂ ਤੁਹਾਨੂੰ ਮਿਲਣਗੇ ਨਹੀਂ ਕਿ ਉਹ ਇਹਨਾਂ ਲਾਈਨਾਂ ਤੇ ਪੂਰੇ ਉਤਰੇ ਹਨ। ਨਾਨਕ ਉਤਮ ਨੀਚ ਨਾ ਕੋਈ, ਉਤਮ ਨੀਚ ਹੱਠ ਨਾਲ ਨਹੀਂ ਹੈ, ਜਿਗਿਆਸੂ ਨੂੰ ਇਹ ਹੈ। Aren't you guys impressed by the depth of this podi though? I mean, और authors have written a lot actually. भाई साहब भाई ने 4 पेज ਦੀ ਵਿਆਖਿਆ ਕੀਤੀ ਹੈ, ਬੜੀ 2-3 पेज ਦੀ ਵਿਆਖਿਆ ਕੀਤੀ ਹੈ, you know 4-5 पेज ਦੇ ਉੱਤੇ ਲਗਾਏ ਹਨ। ਮੌਕਾ ਮਿਲੇ ਤਾਂ ਜ਼ਰੂਰ ਪੜ੍ਹਨਾ ਕਿ ਸਹਿਜ ਤੋਂ ਸਿਵਾਏ, ਸਹਿਜ ਦੀ ਅਵਸਥਾ ਤੋਂ ਸਿਵਾਏ ਇਸ ਘਰ ਵਿੱਚ ਪ੍ਰਮਾਤਮਾ ਪ੍ਰਾਪਤੀ ਹੋਣੀ ਬੜੀ ਮੁਸ਼ਕਿਲ ਹੈ। ਉਹ ਜੀਵਨ ਦੇਣ ਵਾਲੇ ਵੱਡੇ ਜਿਗਿਆਸੂ ਦੇ ਹੱਥ ਹੈ ਜਿਹੜੀ ਦੇਣਾ ਕਿਸੇ ਨੂੰ ਸਹਿਜ ਦੀ ਅਵਸਥਾ ਹੈ ਜੀ। Anybody has any questions though? I don't think so I'm going to go any further today than this. Takes a lot out of you also, you know. This was the most beautiful explanation I've ever heard. That was so nice. Thank you very much. So just one last thing. Hukmi uttam neech na koi. I've heard Sant Singh Miskeen's explanation on it last. So they quoted Bhagat Kabir da sloka. It's actually ninth Guru's. Sadho man ka maan tyago. So he quoted that one. This is the point where ਤੁਸੀਂ ਹੁਣ ਖੰਡਾਂ ਦੀ ਐਕਸਪਲੇਨੇਸ਼ਨ ਸ਼ੁਰੂ ਕਰ ਰਹੇ ਹੋ, ਤੁਸੀਂ ਉਸ ਜਗ੍ਹਾ ਤੇ ਐਂਟਰ ਕਰ ਰਹੇ ਹੋ, ਆਪਣੇ ਆਪ ਨੂੰ ਸਮਝੋ ਵੀ ਬਹੁਤ ਵੱਡਾ ਬਣ ਗਿਆ, ਮੈਨੂੰ ਬੜੀ ਸਮਝ ਆ ਗਈ ਹੈ, but that is to remind them ਕਿ ਸਾਧੋ ਮਨ ਕਾ ਮਾਨ ਤਿਆਗੋ। So hukmi nanak uttam neech na koi, that all of what you have earned so far or understood so far, ਉਸ ਪਰਮਾਤਮਾ ਦੀ ਦੇਣ ਹੈ, ਉਸਦੀ ਨਜ਼ਰੀ ਹੈ, ਉਸਦੀ ਕਿਰਪਾ ਹੈ ਕਿ ਇਹ ਆਪਣੇ ਆਪ ਨੂੰ ਨਾ ਸਮਝੋ ਮੈਂ ਬਹੁਤ ਉੱਚਾ ਬਣ ਗਿਆ ਤੇ ਮੈਂ ਬਹੁਤ ਵੱਡਾ ਬਣ ਗਿਆ। ਨੀਚ ਵਾਲਾ ਤੇ ਕਦੀ ਨਹੀਂ ਸੋਚਦਾ ਮੈਂ ਬੜਾ ਨੀਵਾਂ ਬਣ ਗਿਆ। ਇਹ ਨੀਚ ਵਾਲੇ ਨੂੰ ਤਾਂ ਲਿਖਿਆ ਨੇ ਇੱਥੇ ਕਿਉਂਕਿ ਅਸੀਂ ਕਿਸੇ ਦੂਸਰੇ ਨੂੰ ਨੀਚ, ਇਹ ਸਾਡੇ 'ਚ ਬੜੀ ਬੁਰੀ ਆਦਤਾਂ ਹਨ ਇਹ ਵਾਲੀਆਂ, ਯੂ ਨੋ। ਦੇਖੋ ਕਿਸੇ ਨੂੰ ਇਨਕਰੇਜ ਕਰਨਾ ਕਿ ਗੁਰਮਤਿ ਵਾਲੇ ਪਾਸੇ ਆਓ, ਐਲਕੋਹਲ ਕੰਜ਼ਿਊਮ ਨਾ ਕਰੋ, ਕੇਸਾਂ ਦੀ ਬੇਦਬੀ ਨਾ ਕਰੋ, ਉਹ ਜ਼ਰੂਰ ਕਰਨਾ ਚਾਹੀਦਾ, ਉਹਦੇ 'ਚ ਕੋਈ ਖਰਾਬੀ ਨਹੀਂ ਹੈ। ਪਰ ਜਿਹੜਾ ਕੋਈ ਕਰ ਰਿਹਾ ਹੋਵੇ ਜਾਂ ਜਿਹੜਾ ਉਸ ਪੂਰਾ ਉਹਦੇ ਪ੍ਰਤੀ ਘ੍ਰਿਣਾ ਕਰਨੀ, ਉਹਦੇ ਪ੍ਰਤੀ ਉਹਨੂੰ ਸੋਚਣਾ ਕਿ ਇਹ ਨੀਚ ਹੈ ਮੈਂ ਉੱਤਮ ਆ ਬੜਾ, ਸਾਡੇ ਗੁਰਦੁਆਰਿਆਂ 'ਚ ਬਹੁਤ ਕਾਮਨ ਹੈ ਕਰਨਾ, ਬਹੁਤ ਕਾਮਨ ਹੁੰਦਾ ਹੈ। ਉਸ ਤੋਂ ਮਾੜੀ ਕੋਈ ਗੱਲ ਨਹੀਂ ਹੈ ਕੋਈ। ਮੈਂ ਦੱਸ ਦਿਆਂ ਕਈ ਮੈਨੂੰ ਜ਼ਿੰਦਗੀ 'ਚ ਬੰਦੇ ਇਹੋ ਜਿਹੇ ਆਏ ਹਨ, ਪਰ ਅਨਫੋਰਚੂਨੇਟਲੀ ਸਾਡੀ ਕਲਾਸ 'ਚ ਮੈਂ 2 ਬੰਦੇ ਦੇ ਮੈਨੂੰ ਨਾਮ ਯਾਦ ਆਉਂਦੇ, ਨਾਮ ਮੈਂ ਕਦੀ ਨਹੀਂ ਲੈਣੇ ਅਫਕੋਰਸ, ਜਿਹੜੇ ਲੈਂਕਸ਼ਰ ਵੀ ਆਉਂਦੇ ਸਨ ਕਲਾਸ ਵਿੱਚ, ਤੇ ਕਲਾਸ ਤੋਂ ਮੁਤਾਸਿਰ ਹੋ ਕੇ ਗੁਰਬਾਣੀ ਨਾਲ ਜੁੜ ਕੇ ਪੜ੍ਹਨ ਨਾਲ ਉਹਨਾਂ ਨੇ ਅੰਮ੍ਰਿਤ ਛਕ ਲਿੱਤਾ। ਤੇ ਅੰਮ੍ਰਿਤ ਛਕਣ ਨਾਲ ਜਿਹੜੇ ਪਹਿਲੇ ਹੋਮੇ ਦਾ ਲੈਵਲ ਅਗਰ 7 ਸੀ ਤੇ ਉਹਦਾ 0 ਹੋ ਜਾਣਾ ਚਾਹੀਦਾ ਸੀ, ਉਹਨਾਂ ਦਾ ਹੋਮਲ 7 ਤੋਂ ਲੈ ਕੇ ਹੋਮਲ 15 ਤੇ ਆ ਗਿਆ, ਯੂ نو ਹੋਮੇ ਦਾ ਲੈਵਲ। ਨਿਮਾਰਤਾਂ ਦਾ ਲੈਵਲ ਪਹਿਲੇ ਉਹਨਾਂ ਦਾ 4 ਤੇ ਸੀ ਤੇ 0 ਤੇ ਹੋ ਜਾਣਾ ਚਾਹੀਦਾ ਸੀ, ਉਹ 4 ਦਾ ਲੈਵਲ ਛੋੜ ਕੇ ਹੁਣ 10 ਤੇ ਚਲਾ ਗਿਆ। ਉਲਟਾ ਅਸਰ ਪੈ ਗਿਆ ਉਹਨਾਂ ਤੇ ਕਿ ਮੇਰੇ ਵਰਗਾ ਕੋਈ ਨਹੀਂ, ਹੁਣ ਮੈਂ 5 ਬਾਣੀਆਂ ਪੜ੍ਹਦਾ, ਦਾੜੀ ਵੱਡੀ ਮੇਰੀ ਹੋ ਗਈ ਹੈ, ਮੈਂ ਹੁਣ ਅੰਮ੍ਰਿਤ ਛਕਿਆ ਹੋਇਆ ਜੀ, ਮੈਂ ਫਲਾਣੀ ਜਗ੍ਹਾ ਤੇ ਹੋ ਗਿਆ ਹੂੰ, ਮੈਂ ਕਰਦਾ ਪਿਆ, ਮੈਂ ਉਹ ਕਰਦਾ ਪਿਆ। ਉਹਨਾਂ ਨੇ ਕਲਾਸ 'ਚ ਆਉਣਾ ਵੀ ਛੋੜ ਦਿੱਤਾ, ਗੁਰਬਾਣੀ ਹੁਣ ਮੈਂ ਸਮਝਣ ਦੀ ਲੋੜ ਨਹੀਂ, ਕੁਛ ਹੁਣ ਕੋਈ ਕਰਨ ਦੀ ਲੋੜ ਨਹੀਂ। ਸੋ ਇਹ ਗੱਲਾਂ ਜਿਹੜੀਆਂ ਹਨ ਇਹ ਬੜੀਆਂ ਕ੍ਰਿਟੀਕਲ ਗੱਲਾਂ ਹਨ ਬੜੀ, ਬਟ ਇਹ ਜਿਗਿਆਸੂ 33 ਲੈਵਲ ਪੌੜੀ ਦਾ ਜਿਗਿਆਸੂ ਲੈਵਲ 1 ਵਾਲਾ ਜਿਗਿਆਸੂ ਨਹੀਂ ਹੈ। ਇਹ ਜਿਗਿਆਸੂ ਤੇ ਹੁਣ ਇਸ ਜਿਗਿਆਸੂ ਦੀ ਅਗਲੀਆਂ ਪੌੜੀਆਂ ਦੇਖੋਗੇ ਤੇ ਜ਼ਬਾਨ ਕੰਬ ਜਾਂਦੀ ਹੈ ਅਗਲੀਆਂ ਪੌੜੀਆਂ ਪੜ੍ਹ ਕੇ। ਨੰਬਰ 34 ਇਹ ਕਿੱਥੇ ਐਂਟਰ ਕਰੇਗਾ ਜਿਗਿਆਸੂ? ਇਹ ਜਿਗਿਆਸੂ ਤੇ ਇਸ ਜਿਗਿਆਸੂ ਨੇ ਤੇ ਉਸ ਧਰਮਸਾਲ ਚ ਐਂਟਰ ਕਰ ਲੈਣਾ।
इतने सोहण पंच प्रवाण वाली अवस्था प्राप्त हो जानी है उस जिज्ञासु में। मर्यादा वाला खंड है, धर्म खंड मर्यादा वाला खंड है, ये मर्यादी है, ये बड़ा धर्म खंड कोई आसान खंड नहीं है। ये स्पिरिचुअल स्टेज कोई इजी स्टेज नहीं है अटेन करनी। उपरलियां स्टेजां दी ते गल ही छोड़ दियो, ज्ञान खंड वालियां स्टेजां दी ते ओ ते सारी डिस्कशन ही एब्स्ट्रैक्ट होएगी सारी, क्योंकि उन्हां खंडां च ना मैं आप किसी दे हाले उस लेवल ते दर्शन कीते न खुद मैं, लेकिन हाँ उन्हां दे अनुभव जरूर लिखे मिलदे, यू नो। ज्ञान खंडियां दी अनुभव पढ़ने होवन ते फिर संत बाबा मुस्ताने वाले संतां दी कथा पढ़ो, फिर ਉਹ ਪੜੋ, ਫਿਰ ਉਹਨਾਂ ਨੂੰ ਸਮਝੋ, ਉਹਨਾਂ ਨੂੰ ਕੀ ਅਚੀਵਮੈਂਟ ਹੋਈ ਉਹਨਾਂ ਦੀ ਲਾਈਫ ਵਿੱਚ, ਉਹ ਕੀਤਾ ਉਹਨਾਂ ਨੇ, ਉਹ ਹੋਏ ਉੱਥੇ ਪਹੁੰਚੇ, ਮਹਾਰਾਜ ਦੀ ਨਜ਼ਰ ਸੀ ਉਹਨਾਂ ਦੇ ਉੱਤੇ, ਉਹ ਪਹੁੰਚੇ ਉੱਥੇ। ਉਹ ਜਿਹੜੇ ਭਗਤੀ ਵਾਲੇ ਹੈ, ਜਿਨ੍ਹਾਂ ਦੇ ਅੰਦਰ ਸਵਾਸ ਪ੍ਰਮਾਤਮਾ ਦਾ ਨਾਮ ਜਿਹੜੇ ਸਿਮਰਦੇ ਹਨ, ਜਿਹੜੇ ਅੰਦਰ, ਉਹਨਾਂ ਨੂੰ ਪਤਾ ਹੈ ਉਹ ਗਿਆਨ ਖੰਡ ਹੈ। ਤੇ ਇੱਕ ਉੱਥੋਂ ਤੇ ਇੱਕ ਭਾਈ ਸਾਹਿਬ ਭਾਈ ਵੀਰ ਸਿੰਘ ਨਾਲ ਜਿਹੜੇ ਪਹੁੰਚੇ ਹਨ, ਆਪ ਉਹਨਾਂ ਦੀ ਕਵਿਤਾ ਵਿੱਚੋਂ ਵੀ ਲਵਾਂਗੇ। ਮੈਂ ਪਹਿਲੇ ਵੀ ਉਡਾਰੀ ਪੜ੍ਹੀ ਹੋਈ ਹੈ ਰਾਣਾ ਸੂਰਤ ਸਿੰਘ ਚ, ਉਹ ਵੀ ਲੈ ਕੇ ਆਵਾਂਗਾ ਨਾਲ ਮੈਂ। ਇਹ ਵਾਲਾ ਜਿਗਿਆਸੂ ਤੇ ਹੁਣ ਇਹ ਵਾਲਾ ਜਿਗਿਆਸੂ ਤੇ ਸੱਚਾ ਆਪ ਸੱਚਾ ਦਰਬਾਰ ਤੇ ਤਿੱਥੇ ਸੋਹਣੇ ਪੰਜ ਪ੍ਰਵਾਨ ਵਾਲੀ ਉਸ ਦਰ ਤੇ ਪਹੁੰਚਣ ਵਾਲਾ ਜਿਗਿਆਸੂ ਹੈ। ਧੰਨ ਹੈ ਇਹ ਜਿਗਿਆਸੂ, ਇਸ ਜਿਗਿਆਸੂ ਦੇ ਭਾਗ ਜਾਗ ਪਏ ਹਨ। ਜਿਹੜਾ ਜਿਗਿਆਸੂ 30 ਨੰਬਰ 34 ਨੰਬਰ ਪੌੜੀ ਤੇ ਪੂਰਾ ਉਤਰੇਗਾ। ਪੜ੍ਹਦੇ ਤੇ ਅਸੀਂ ਵੀ ਰੋਜ਼ ਹੀ ਹਾਂ, ਕੰਮ ਤੇ ਸਾਡਾ ਵੀ ਸੀ ਕਿ ਅਸੀਂ ਇਸ ਪੌੜੀ ਦੇ ਖਾਲੀ ਇੱਥੇ ਪੌੜੀ ਦਾ ਪਾਠ ਨਾ ਕਰੀਏ, ਇਸ ਅਵਸਥਾ ਤੇ ਪਹੁੰਚੀਏ। ਬਹੁਤ ਵਿਰਲੇ ਪਹੁੰਚਦੇ ਹਨ ਇੱਥੇ, ਬਹੁਤ ਘੱਟ ਪਹੁੰਚਦੇ ਹਨ। ਕੋਈ ਗੁਰੂ ਕਾ ਪਿਆਰਾ, ਕੋਈ ਇਹੋ ਜਿਹਾ ਜੀ ਦਾਨ ਦੇਣ ਵਾਲਾ, ਕੋਈ ਇਹੋ ਜਿਹਾ ਗੁਰੂ ਕਾ ਪਿਆਰਾ, ਬਾਣੀ ਦੀ ਇਸ ਮਹਾਨ ਬਾਣੀ ਦੀ ਇੱਜ਼ਤ ਕਰਨ ਵਾਲਾ। ਮੈਂ ਗੱਲ ਕਹਿ ਕੇ ਸਵਾਦ ਕਰਨੀ। ਮੈਂ ਇੱਥੇ I was in 10th grade in Calcutta. I was the only Sikh student in the class. ਤੇ ਉੱਥੇ ਇਤਨਾ ਵੱਡੇ ਸਕੂਲ 'ਚ ਮੈਂ ਇਕੱਲਾ ਸਿੱਖ ਸੀ ਉੱਥੇ। ਤੇ ਉਹ ਕਲਾਸ ਵਿੱਚ ਹਿਸਟਰੀ ਦੀ ਕਲਾਸ ਵਿੱਚ ਮੇਰੇ ਇੱਕ ਟੀਚਰ ਸਨ, ਡਾਕਟਰ ਦਾਸ ਨਾਂ ਸੀ ਉਹਨਾਂ ਦਾ, ਬੰਗਾਲੀ ਜੈਂਟਲਮੈਨ, ਸ਼ਾਰਟ ਜੈਂਟਲਮੈਨ, ਲਾਈਕ 5'10", 5'2" ਦੀ ਹਾਈਟ ਹੋਣੀ ਹੈ, ਬੜੇ ਨੌਲੇਜੇਬਲ ਸਨ। ਤੇ ਉਹ ਜਦੋਂ ਹਿਸਟਰੀ ਦਾ ਚੈਪਟਰ ਚੜਿਆ ਤੇ ਉਹ ਭਗਤੀ ਕਾਲ ਦਾ ਆਇਆ ਤੇ ਗੁਰੂ ਨਾਨਕ ਦੀ ਡਿਸਕਸ਼ਨ ਸ਼ੁਰੂ ਹੋਈ। ਤੇ ਉਸ ਵੇਲੇ ਮੈਂ 10th ਕਲਾਸ ਵਿੱਚ ਸੀ ਤੇ ਮੈਨੂੰ ਜਪਜੀ ਵਾਲੇ ਬਹੁਤ ਜ਼ਿਆਦਾ ਨਹੀਂ ਸੀ, ਲਿਟਰਲ ਮੀਨਿੰਗ ਫਿਰ ਵੀ ਮੈਨੂੰ ਬਹੁਤ ਸੀ ਜਪਜੀ ਬਾਰੇ। ਤੇ ਕਲਾਸ ਦੇ ਵਿੱਚ he stood up and he looked at me and said, Surinder, said, yeah, you are a Sikh, right? मैं कहा, yeah. कहता, yeah. मैं कहा, yes. कहता, have you read Japji? Have you read Japji by Guru Nanak? ਇਹ 10th 9th ਜਾਂ 10th ਵਿੱਚ ਹੋਣਾ ਮੈਂ ਜਦੋਂ ਇਹ ਵਾਪਰੀ ਮੇਰੇ ਨਾਲ ਗੱਲ ਕਲਾਸ ਵਿੱਚ। ਤੇ ਮੈਂ ਕਿਹਾ, yes I read. ਕਹਿੰਦਾ, can I tell you something? ਮੈਂ ਕਿਹਾ, yeah. ਕਹਿੰਦਾ, there will never be any poetry like Japji in the future. There has never been a poetry like Japji in the past, and there will be none present today. Japji stands on its own, and it is the highest level one can achieve, though, from a poetic angle, if somebody wanted to reach God. Is सारी class के सामने निकल के मेरा भी सुन के मन गदगद हो गया, लेकिन तां भी उस वेले मैनू आप मैं जपजी नू पढ़िया जरूर होया सी 10th grade ਵਿੱਚ, थोड़ी बहुत नॉलेज भी सी, ऐसी गल नहीं है, पर इतनी डूंघाई नाल जपजी नू कदी देखिया नहीं सी, until it took me another 20 years to get this in-depth knowledge of this Bani. ਹੁਣ ਮੈਨੂੰ ਉਸ ਗੱਲਾਂ, ਉਹਦੇ ਚਾਰੇ probably passed away now. He was close to 70 years old, 65, 70 years old when he was teaching the class. He must be probably gone by now, but I still remember those words ringing in my ear as a 9th or 10th grade which in that class. The class that had like probably 35 students, and 34 of them were Bengali and one Sikh, in there, So ਇਸ ਬਾਣੀ ਨੂੰ ਔਰ ਅਗਲੀਆਂ ਜਿਹੜੀਆਂ ਪੌੜੀਆਂ ਆਣਗੀਆਂ ਹੁਣ ਤੇ ਇਹ ਤੇ ਵਿਸਮਾਦੀ ਹਨ ਸਾਰੀਆਂ। ਬਹੁਤ ਲੋਕ ਨਹੀਂ ਰਿਲੇਟ ਕਰ ਸਕਣਗੇ ਇਹਨਾਂ ਨੂੰ, ਬਹੁਤ ਲੋਕ ਸ਼ਾਇਦ ਬੋਰ ਵੀ ਹੋ ਜਾਣਗੇ, ਇਹ ਵਿਸਮਾਦੀ ਪੌੜੀਆਂ ਹਨ। ਇਹ ਉਸ ਜਿਗਿਆਸੂ ਵਾਸਤੇ ਜਿਹੜਾ ਐਂਟਰ ਕਰ ਗਿਆ ਇੱਥੇ। ਹੁਣ ਤੁਸੀਂ ਆਪਣਾ ਸੁਰਤ ਦਾ ਲੈਵਲ ਵਧਾਓ ਔਰ ਪੜ੍ਹ ਕੇ ਆਓ ਪਹਿਲੇ। I'm going to end the class right now here. Any questions though? Any comments, anything you want me to go over again, either this time or next time?
Please, I'm here. Please ask me. I'm here. Anybody sitting physically in the class also? If there are no questions, then I'll call it a day then. Thank you, Vijay. Thank you. ਵੀਰ ਜੀ ਸਤਿ ਸ਼੍ਰੀ ਅਕਾਲ। Tika jiyo. ਥੈਂਕ ਯੂ ਵੀਰ ਜੀ ਮੈਂ ਤੁਹਾਨੂੰ ਪੁੱਛਣਾ ਸੀ ਵੀਰ ਜੀ ਤੁਸੀਂ ਸੰਤ ਮਸਤੂਆਨੇ ਵਾਲਿਆਂ ਦਾ ਜ਼ਿਕਰ ਕੀਤਾ ਸੀਗਾ ਤੇ ਜੇ ਮੈਂ ਉਹਨਾਂ ਦੀ ਲਾਈਫ ਬਾਰੇ ਕੁਝ ਥੋੜਾ ਹੋਰ ਜਾਣਨਾ ਹੋਏ ਤੇ ਤੁਸੀਂ ਕਿਹੜੀ ਬੁੱਕ ਜਾਂ ਸੋਰਸ ਸੁਜੈਸਟ ਕਰੋਗੇ? Okay, I think I have your number, Didi. I'll try to reach out to me Monday, Tuesday or something. ਠੀਕ ਹੈ ਜੀ। ਸਾਡੇ ਘਰ ਜਿਹੜੀ ਕਿਤਾਬ ਜਿਹੜੀ ਪਈ I'm going to maybe take a picture and send it to you. Sounds great. Thank you ਵੀਰ ਜੀ। No problem. No problem. Anybody else wanted to any question though or any concerns otherwise? Okay, I think I'm going to end no questions at all. Vaji Khalsa, Vaji Ki Fateh. Khalsa, Vaji Ki Fateh. I'll be here another minute. जी